ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ। ਅੱਜ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਏ ਹਾਂ ਆਪਣੇ ਐਗਰੀਕਲਚਰ ਪਾਰਟ ਦੀ ਨੈਕਸਟ ਵੀਡੀਓ, ਜਿਹੜੀ ਕਿ ਹੈਗੀ ਆ ਟੌਪਿਕ ਐਗਰੋ ਫੋਰੈਸਟਰੀ ਦੇ ਉੱਪਰ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਵਣ ਖੇਤੀ ਕਹਿ ਦਿੰਦੇ ਹਾਂ। ਇਹ ਟੌਪਿਕ ਜ਼ਰੂਰ ਛੋਟਾ ਹੈ ਪਰ ਪੇਪਰ ਦੇ ਵਾਸਤੇ ਕਾफ़ੀ ਇੰਪੋਰਟੈਂਟ ਹੈ, ਕਿਉਂਕਿ ਹੋ ਸਕਦਾ ਇੱਥੋਂ ਜ਼ਿਆਦਾ ਤਾਂ ਨਹੀਂ, ਇੱਕ ਜਾਂ ਦੋ ਕੁਐਸਚਨ ਪੁੱਛੇ ਜਾ ਸਕਦੇ ਆ। ਅਤੇ ਆਪਾਂ ਅੱਜ ਪੜ੍ਹਾਂਗੇ ਵੀ ਇਹ ਜਿਹੜੀ ਐਗਰੋ ਫੋਰੈਸਟਰੀ ਹੈ, ਆਪਾਂ ਇਹ ਖੇਤੀ ਕਰਦੇ ਕਿਉਂ ਆ, ਜਾਂ ਕਿੰਨੇ ਢੰਗਾਂ ਦੇ ਨਾਲ ਇਹ ਕੀਤੀ ਜਾਂਦੀ ਹੈ, ਅਤੇ ਕਿਹੜੀ ਕਿਹੜੀ ਫਸਲ ਦੇ ਨਾਲ ਉਗਾਈਆਂ ਜਾਂਦੀਆਂ। ਬਾਕੀ ਹਜੇ ਆਪਾਂ ਸਿਰਫ ਥਿਊਰੀ ਕਵਰ ਕਰਾਂਗੇ, ਇਹਦੇ MCQ ਵਗੈਰਾ ਆਪਾਂ ਕਿਸੇ ਨਾ ਕਿਸੇ ਵੀਡੀਓ 'ਚ ਕਵਰ ਕਰਾਂਗੇ। ਅਤੇ ਇਹ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ। ਜੇ ਵਧੀਆ ਲੱਗੂਗੀ ਤਾਂ ਤੁਸੀਂ ਲਾਈਕ ਸ਼ੇਅਰ ਤਾਂ ਕਰ ਹੀ ਦੇਣੀ ਹੈ, ਅਤੇ ਨਵੇਂ ਬੱਚੇ ਜਿਹੜੇ ਹੈਗੇ ਆ ਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਅਤੇ ਬਾਕੀ ਜਿਹੜੇ ਇੱਕ ਰਿਕਵੈਸਟ ਹੈ ਭਾਈ ਸਭ ਨੂੰ, ਜਿਹੜੇ ਬੱਚੇ ਕੋਰਸ ਦੇ ਬਾਰੇ ਦੇਖੋ ਜਾਣਕਾਰੀ ਲੈਣਾ ਚਾਹੁੰਦੇ ਆ, ਪਲੀਜ਼ ਜੇ ਹੋ ਸਕਦਾ ਤਾਂ ਮੈਸੇਜ ਕਰ ਲਿਆ ਕਰੋ, ਕਿਉਂਕਿ ਕਈ ਵਾਰੀ ਕਾਲ ਵਗੈਰਾ ਅਟੈਂਡ ਕਰਨੀ ਬੜੀ ਔਖੀ ਹੋ ਜਾਂਦੀ ਹੈ। ਤੁਸੀਂ ਮੈਨੂੰ WhatsApp ਕਰ ਦਿਆ ਕਰੋ, ਉਹਦਾ ਰਿਪਲਾਈ ਜ਼ਰੂਰ ਆ ਜਾਂਦਾ ਤੁਹਾਨੂੰ। ਤੁਹਾਨੂੰ ਸਭ ਨੂੰ ਪਤਾ ਹੀ ਆ, ਆਪਣਾ ਇੱਕ ਕੋਰਸ ਚੱਲ ਰਿਹਾ ਐਗਰੀਕਲਚਰ ਅਤੇ ਕੰਪਿਊਟਰ ਦਾ, ਅਤੇ ਇੱਕ ਚੱਲ ਰਿਹਾ ਕੰਪਲੀਟ ਪਟਵਾਰੀ ਕੋਰਸ ਰੇਸ ਅਕੈਡਮੀ ਐਪ ਦੇ ਉੱਪਰ। ਉੱਥੇ ਮੈਂ ਟੀਚ ਕਰਦਾ ਰਾਜੇ ਕੰਪਿਊਟਰ ਪਲੱਸ ਐਗਰੀਕਲਚਰ। ਤਾਂ ਜੇ ਉਹਦੀ ਜਾਣਕਾਰੀ ਲੈਣੀ ਹੁੰਦੀ ਹੈ ਤੁਸੀਂ ਮੈਨੂੰ WhatsApp ਕਰ ਦਿਆ ਕਰੋ। ਕਈ ਵਾਰੀ ਫ਼ੋਨ ਵਗੈਰਾ ਪਿਕ ਕਰਨਾ ਔਖਾ ਹੋ ਜਾਂਦਾ, ਕਿਉਂਕਿ ਕਾफ़ੀ ਕਾਲਸ ਆਉਂਦੀਆਂ, ਈਵਨ ਕਿ ਮੈਸੇਜ ਵੀ ਇੰਨੇ ਆਉਂਦੇ ਆ, ਪਰ ਲੇਕਿਨ ਮੈਂ ਹਰ ਇੱਕ ਮੈਸੇਜ ਦਾ ਰਿਪਲਾਈ ਜ਼ਰੂਰ ਕਰਦਾ। ਠੀਕ ਹੈ, ਅਤੇ ਚਲੋ ਸਟਾਰਟ ਕਰਦੇ ਹਾਂ। ਜੇ ਕੋਈ ਵੀਡੀਓ ਦੇ ਵਿੱਚ ਕੋਈ ਕੁਐਰੀਜ਼ ਹੋਈ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ, ਅਤੇ ਕੁਐਸਚਨ ਜਿਹੜਾ ਮੈਂ ਲਾਸਟ ਦੇ ਵਿੱਚ ਪੁੱਛ ਰਿਹਾ ਉਹਦਾ ਆਨਸਰ ਵੀ ਜ਼ਰੂਰ ਕਰਕੇ ਜਾਣਾ। ਚਲੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਬਹੁਤ ਵਧੀਆ ਢੰਗ ਦੇ ਨਾਲ। ਅੱਜ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਇੱਕ ਨੈਕਸਟ ਟੌਪਿਕ ਐਗਰੀਕਲਚਰ ਦਾ ਰਾਜੇ, ਜਿਹੜਾ ਕਿ ਬਹੁਤ ਛੋਟਾ ਟੌਪਿਕ ਹੈ, ਪਰ ਹੋ ਸਕਦਾ ਵੀ ਆਉਣ ਵਾਲੇ ਪੇਪਰ ਦੇ ਵਿੱਚ ਇਹਦੇ ਤੋਂ ਇੱਕ ਜਾਂ ਦੋ ਕੁਐਸਚਨ ਪੁੱਛੇ ਜਾ ਸਕਦੇ ਆ। ਟੌਪਿਕ ਛੋਟਾ ਹੈ ਲੇਕਿਨ ਕਾफ़ੀ ਇੰਪੋਰਟੈਂਟ ਹੈ ਰਾਜੇ। ਇਹਦੇ ਵਿੱਚੋਂ ਕੁਐਸਚਨ ਕਿਵੇਂ ਬਣੂਗਾ ਮੈਂ ਤੁਹਾਨੂੰ ਇਹ ਵੀ ਦੱਸੂਗਾ। ਫਿਲਹਾਲ ਆਪਾਂ ਇਹਦੀ ਥਿਊਰੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਟੌਪਿਕ ਦਾ ਨਾਮ ਤੁਹਾਡੇ ਸਾਹਮਣੇ ਹੈ ਰਾਜੇ, ਐਗਰੋ ਫੋਰੈਸਟਰੀ, ਜਿਹਨੂੰ ਆਪਾਂ ਵਣ ਖੇਤੀ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ। ਠੀਕ ਹੈ, ਹੁਣ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਵੀ ਜਿਹੜੀ ਵਣ ਖੇਤੀ ਹੈ ਇਹਨੂੰ ਕਰਦੇ ਕਿਉਂ ਆ ਆਪਾਂ। ਠੀਕ ਹੈ, ਅਤੇ ਇਹ ਕਿਵੇਂ ਕਿਵੇਂ ਕੀਤੀ ਜਾਂਦੀ ਹੈ। ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਵੀ ਕੀਤੀ ਜਾਂਦੀ ਹੈ, ਕਮਰਸ਼ੀਅਲ ਵਾਸਤੇ ਵੀ ਕੀਤੀ ਜਾਂਦੀ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵਪਾਰਕ ਖੇਤੀ, ਜਿਹਦੇ ਤੋਂ ਆਪਾਂ ਇਨਕਮ ਵਗੈਰਾ ਆਪਾਂ ਓਬਟੇਨ ਕਰਦੇ ਹਾਂ। ਰਾਈਟ ਹੈ, ਤਾਂ ਸਭ ਤੋਂ ਪਹਿਲਾਂ ਪੜ੍ਹਦੇ ਹਾਂ ਵੀ ਜਿਹੜੀ ਇਹ ਵਣ ਖੇਤੀ ਹੈ ਇਹ ਕਰਦੇ ਕਿਉਂ ਆਪਾਂ। ਤਾਂ ਆਪਣੀ ਜਿਹੜੀ ਨੈਸ਼ਨਲ ਫੋਰੈਸਟ ਪੋਲਿਸੀ ਹੈ, ਜਿਹਨੂੰ ਆਪਾਂ ਰਾਸ਼ਟਰੀ ਵਣ ਨੀਤੀ ਕਹਿ ਦਿੰਦੇ ਹਾਂ, 1988 ਦੇ ਕਹਿੰਦਾ ਅਕੋਰਡਿੰਗ ਕੀ ਆ ਵੀ ਸਾਡੀ ਲੱਕੜਾਂ ਦੀਆਂ ਲੋੜਾਂ। ਹੁਣ ਲੱਕੜ ਦੀ ਲੋੜ ਕਿਵੇਂ ਇਨਸਾਨ ਨੂੰ ਰਾਜੇ। ਸਭ ਤੋਂ ਪਹਿਲੀ ਗੱਲ ਤਾਂ ਲੱਕੜ ਦੀ ਅਗਰ ਆਪਾਂ ਪਿੰਡਾਂ ਵਗੈਰਾ ਦੀ ਗੱਲ ਕਰੀਏ ਤਾਂ ਪਿੰਡਾਂ ਵਗੈਰਾ ਦੇ ਵਿੱਚ ਅਜੇ ਵੀ ਗੈਸ ਦੀ ਵਰਤੋਂ ਘੱਟ ਕੀਤੀ ਜਾਂਦੀ ਹੈ। ਰਸੋਈ ਦੇ ਵਿੱਚ ਲੱਕੜ ਦੀ ਵਰਤੋਂ ਕੀਤੀ ਜਾਂਦੀ ਹੈ ਖਾਣਾ ਬਣਾਉਣ ਵਾਸਤੇ। ਠੀਕ ਹੈ, ਵੱਖਰੇ ਵੱਖਰੇ ਢੰਗ ਨਾਲ ਲੱਕੜ ਦੀ ਉੱਥੇ ਵਰਤੋਂ ਕੀਤੀ ਜਾਂਦੀ ਹੈ। ਜਾਂ ਫਿਰ ਆਪਾਂ ਦੇਖੀਏ ਫਰਨੀਚਰ ਬਣਾਉਣ ਵਾਸਤੇ ਆਪਣੇ ਘਰਾਂ ਦੇ ਵਿੱਚ ਲੱਕੜ ਦੇ ਮੇਜ਼ ਹੋਣਗੇ। ਠੀਕ ਹੈ, ਕੁਰਸੀਆਂ ਹੁੰਦੀਆਂ ਨੇ, ਜਿਵੇਂ ਡਾਈਨਿੰਗ ਟੇਬਲ ਹੋ ਗਿਆ, ਤੁਹਾਡੇ ਸੋਫੇ ਵਗੈਰਾ ਹੋ ਗਏ। ਜਾਂ ਫਿਰ ਆਪਾਂ ਦੇਖੋ ਆਪਣੇ ਘਰ ਦੇ ਦਰਵਾਜ਼ੇ ਹੋ ਗਏ, ਮੋਸਟਲੀ ਲੱਕੜ ਦੇ ਹੁੰਦੇ ਆ। ਤਾਂ ਇਹ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਆਪਾਂ ਕੀ ਕਰਦੇ ਹਾਂ, ਆਪਾਂ ਲੱਕੜ ਦੀ ਵਰਤੋਂ ਕਰਦੇ ਹਾਂ। ਅਤੇ ਜੇ ਲੱਕੜ ਦੀ ਵਰਤੋਂ ਕਰਾਂਗੇ ਆਪਾਂ ਤਾਂ ਆਪਾਂ ਕੀ ਕਰਾਂਗੇ, ਦਰਖਤਾਂ ਨੂੰ ਕੱਟਾਂਗੇ। ਪਰ ਦਰਖਤ ਨੂੰ ਅਗਰ ਆਪਾਂ ਕੱਟਾਂਗੇ ਤਾਂ ਜਿੰਨੇ ਦਰਖਤ ਕੱਟ ਰਹੇ ਹਾਂ ਉਨੇ ਆਪਾਂ ਨੂੰ ਲਗਾਉਣੇ ਵੀ ਪੈਣਗੇ, ਕਿਉਂਕਿ ਜਿਹੜੀ ਆਪਣੀ ਪ੍ਰਕਿਰਤੀ ਹੈ, ਜਿਹੜੀ ਆਪਣੀ ਠੀਕ ਹੈ ਪ੍ਰਕਿਰਤੀ ਦਾ ਜਿਹੜਾ ਨਿਯਮ ਕੀ ਹੈ ਵੀ ਜੇ ਆਪਾਂ ਜ਼ਿਆਦਾ ਦਰਖਤ ਕੱਟ ਦਾਂਗੇ ਤਾਂ ਜਿਵੇਂ ਤੁਸੀਂ ਪਿੱਛੇ ਜੇ ਸੁਣਿਆ ਸੀ ਗਲੋਬਲ ਵਾਰਮਿੰਗ ਵਗੈਰਾ ਹੋ ਗਈ ਸੀਗੀ, ਜਾਂ ਫਿਰ ਆਪਾਂ ਕੀ ਹੈ ਵੀ ਹੜ੍ਹ ਆਉਣ ਦੇ ਚਾਂਸ ਜ਼ਿਆਦਾ ਵੱਧ ਜਾਂਦੇ ਹੈ। ਤਾਂ ਰਾਈਟ ਹੈ, ਤਾਂ ਇਹ ਜਿਹੜੀ ਆਪਣੀ ਪੋਲਿਸੀ ਹੈ ਰਾਸ਼ਟਰੀ ਵਣ ਨੀਤੀ ਪੋਲਿਸੀ 1988 ਦੇ ਮੁਤਾਬਕ ਕੀ ਕਹਿੰਦਾ ਵੀ ਜੇ ਤੁਸੀਂ ਲੱਕੜਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਪਰ ਵਾਤਾਵਰਨ ਨੂੰ ਕਹਿੰਦਾ ਅਨੁਕੂਲ ਬਣਾਉਣ ਵਾਸਤੇ। ਠੀਕ ਹੈ, ਤਾਂ ਵਾਤਾਵਰਨ ਨੂੰ ਅਨੁਕੂਲ ਬਣਾਉਣ ਵਾਸਤੇ ਕਹਿੰਦਾ ਤਕਰੀਬਨ ਲਗਭਗ 20% ਜਿਹੜਾ ਰਕਬਾ ਹੈ ਉਹ ਜੰਗਲਾਂ ਹੇਠ ਹੋਣਾ ਚਾਹੀਦਾ ਹੈ। ਰਕਬਾ ਮਤਲਬ ਹੁੰਦਾ ਰਾਜੇ ਏਰੀਆ, ਕਿ ਅਗਰ ਆਪਾਂ ਟੋਟਲ ਲੈਂਡ ਦੀ ਗੱਲ ਕਰੀਏ ਜਿੱਥੇ ਆਪਾਂ ਖੇਤੀ ਕਰਦੇ ਹਾਂ ਉਹਦਾ 20% ਲੈਂਡ ਕੀ ਹੋਣੀ ਚਾਹੀਦੀ ਹੈ, ਫੋਰੈਸਟਰੀ ਹੋਣੀ ਚਾਹੀਦੀ ਹੈ, ਫੋਰੈਸਟ ਹੋਣਾ ਚਾਹੀਦਾ, ਜੰਗਲ ਹੋਣਾ ਚਾਹੀਦਾ ਹੈ। ਰਾਈਟ ਹੈ, ਤਾਂ ਇਸੇ ਕਰਕੇ ਕੀ ਕੀਤੀ ਜਾਂਦੀ ਹੈ ਰਾਜੇ, ਆਪਣੀ ਐਗਰੋ ਫੋਰੈਸਟਰੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵਣ ਖੇਤੀ। ਅਤੇ ਪਰ ਤੁਸੀਂ ਦੇਖਿਆ ਹੋਊਗਾ ਰਾਜੇ ਪੰਜਾਬ ਦੇ ਵਿੱਚ ਜ਼ਿਆਦਾ ਕੀ ਹੈ, ਆਪਣੇ ਕੋਲ ਜਿਹੜਾ ਏਰੀਆ ਆਉਂਦਾ, ਰਕਬਾ ਆਉਂਦਾ, ਉਹ ਖੇਤੀ ਹੇਠ ਆਉਂਦਾ, ਜਿੱਥੇ ਆਪਾਂ ਕੀ ਕਰਦੇ ਹਾਂ ਨੈਚੁਰਲ ਖੇਤੀ, ਜਿਵੇਂ ਮੰਨ ਲਓ ਕਿ ਆਪਾਂ ਜਿਹੜੀ ਨੋਰਮਲ ਤੌਰ 'ਤੇ ਆਪਾਂ ਕੀ ਕਰਦੇ ਹਾਂ ਵੀਟ ਜਾਂ ਪੈਡੀ ਦੀ ਖੇਤੀ ਕਰਦੇ ਹਾਂ।
ਪਰ ਉਹ ਕਹਿੰਦਾ ਵੀ ਜੇ ਪੰਜਾਬ ਦੇ ਵਿੱਚ ਜ਼ਿਆਦਾ ਰਕਬਾ ਖੇਤੀ ਦੇ ਹੇਠਾਂ ਆ ਗਿਆ ਤਾਂ ਪੰਜਾਬ ਦੇ ਵਿੱਚ ਓਬਵੀਅਸ ਹੈ ਕੀ ਹੈ ਕਿ ਜਿਹੜੇ ਜੰਗਲ ਹੈ ਬਹੁਤ ਘੱਟ ਨੇ। ਤਾਂ ਜੰਗਲ ਜਿਵੇਂ ਤੁਸੀਂ ਰੋਪੜ ਚਲੇ ਜਾਓ, ਹੁਸ਼ਿਆਰਪੁਰ ਚਲੇ ਜਾਓ, ਰੋਪੜ ਵਾਲੀ ਸਾਈਡ, ਅਨੰਦਪੁਰ ਵਾਲੀ ਸਾਈਡ ਚਲੇ ਜਾਓਗੇ, ਅਨੰਦਪੁਰ ਸਾਹਿਬ ਵਾਲੀ ਸਾਈਡ, ਤਾਂ ਤੁਹਾਨੂੰ ਉੱਥੇ ਹੀ ਦੇਖਣ ਨੂੰ ਮਿਲਣਗੇ। ਤਾਂ ਇਹ ਕਹਿੰਦਾ ਵੀ ਜਿਹੜਾ ਪੰਜਾਬ ਦਾ ਜਿਹੜਾ ਰਕਬਾ ਹੈਗਾ ਜੰਗਲਾਂ ਦੇ ਹੇਠ, ਰੁੱਖਾਂ ਦੇ ਹੇਠ ਕੀ ਆ, ਬਹੁਤ ਘੱਟ ਰਹਿ ਗਿਆ। ਆਹ ਡਾਟਾ ਪੁਰਾਣਾ ਰਾਜੇ, ਹੁਣ ਤਾਂ ਬਹੁਤ ਘੱਟ ਗਿਆ, 6.12% ਤੋਂ ਵੀ ਘੱਟ ਗਿਆ ਹੁਣ ਡਾਟਾ। ਤਾਂ ਟੋਟਲ ਅਗਰ ਆਪਾਂ ਜ਼ਮੀਨ ਜਿੰਨੀ ਪੰਜਾਬ ਦੀ ਆ ਉਹਦਾ 6% ਹਿੱਸਾ ਹੀ ਕੀ ਰਹਿ ਗਏ ਨੇ, ਜੰਗਲ ਰਹਿ ਗਏ ਨੇ। ਤਾਂ ਬਹੁਤ ਘੱਟ ਰਕਬਾ ਰਹਿ ਗਿਆ, ਜਦ ਕਿ ਕਿੰਨਾ ਹੋਣਾ ਚਾਹੀਦਾ ਸੀਗਾ 20%। ਤਾਂ 20% ਦੇ ਮੁਕਾਬਲੇ ਕੀ ਆ, ਬਹੁਤ ਘੱਟ ਹੈ। ਤਾਂ ਤੁਸੀਂ ਆਪ ਹੀ ਆਈਡੀਆ ਲਗਾ ਸਕਦੇ ਹੋ ਕਿ ਕਿੰਨੇ ਤੇਜ਼ੀ ਨਾਲ ਆਪਾਂ ਕੀ ਕਰ ਰਹੇ ਹਾਂ, ਜੰਗਲਾਂ ਨੂੰ ਕੱਟ ਰਹੇ ਹਾਂ। ਠੀਕ ਹੈ, ਤਾਂ ਇਹਦੇ ਨਾਲ ਕੀ ਹੁੰਦਾ ਰਾਜੇ, ਜਿਹੜਾ ਕੁਦਰਤ ਦਾ ਸਰਕਲ ਹੁੰਦਾ ਟੁੱਟਣਾ ਸ਼ੁਰੂ ਹੋ ਜਾਂਦਾ, ਫਿਰ ਉਹਦੇ ਨਤੀਜੇ ਆਪਾਂ ਨੂੰ ਜ਼ਰੂਰ ਮਿਲਦੇ ਆ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਵੀ ਕਹਿੰਦਾ ਵੀ ਪੰਜਾਬ ਦੇ ਵਿੱਚ ਕਹਿੰਦਾ ਵਣਾਂ ਦੇ ਹੇਠ ਹੋਰ ਰਕਬਾ ਲਿਆਉਣ ਦੀ ਸੰਭਾਵਨਾ ਨਾ ਹੋਣ ਕਰਕੇ ਵਣ ਖੇਤੀ ਇੱਕ ਅਜਿਹਾ ਢੁਕਵਾਂ ਖੇਤੀ ਪ੍ਰਬੰਧ ਹੈ ਜਿਸ ਦੇ ਨਾਲ ਕਹਿੰਦਾ ਖੇਤੀ ਵਿਭਿੰਨਤਾ ਅਤੇ ਵਾਤਾਵਰਨ ਅਨੁਕੂਲ ਰੱਖਣ ਵਿੱਚ ਮਦਦ ਮਿਲੂਗੀ। ਤਾਂ ਫਿਰ ਕੀ ਇੱਕ ਪਾਲਿਸੀ ਬਣੀ ਆ ਵੀ ਜੇ ਤੁਸੀਂ ਹੁਣ ਦੇਖੋ ਬਿਲਕੁਲ ਤਾਂ ਜੰਗਲ ਨਹੀਂ ਲਗਾਉਂਦੇ ਪੰਜਾਬ ਵਾਲੇ, ਤਾਂ ਉੱਥੇ ਇੱਕ ਅਜਿਹੀ ਖੇਤੀ ਦੀ ਵਰਤੋਂ ਕੀਤੀ ਜਾਵੇ ਜਿਹਦੇ ਵਿੱਚ ਕੀ ਆ, ਥੋੜ੍ਹੇ ਬਹੁਤੇ ਦਰਖਤ ਵੀ ਲਗਾਏ ਜਾਣ ਅਤੇ ਨਾਲ ਦੀ ਨਾਲ ਖੇਤੀ ਵੀ ਕੀਤੀ ਜਾਵੇ। ਠੀਕ ਹੈ, ਤਾਂ ਉਹ ਕਹਿੰਦੇ ਨਾ ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਵੀ ਬਿਲਕੁਲ ਦਰਖਤ ਨਾ ਲਗਾਉਣ ਦੇ ਨਾਲੋਂ ਚੰਗਾ ਵੀ ਕੁਛ ਤਾਂ ਲੱਗਣਗੇ। ਤਾਂ ਉਹਦੇ ਵਾਸਤੇ ਰਾਜੇ ਐਗਰੋ ਫੋਰੈਸਟਰੀ ਆਪਣੀ ਸ਼ੁਰੂ ਕੀਤੀ ਸੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵਣ ਖੇਤੀ। ਇਹ ਜਸਟ ਪੇਪਰ 'ਚ ਨਹੀਂ ਪੁੱਛਿਆ ਜਾਊਗਾ, ਜਸਟ ਇੱਕ ਮਤਲਬ ਕਿ ਤੁਹਾਨੂੰ ਇੰਟਰਸਟ ਬਣਾਉਣ ਵਾਸਤੇ, ਇੱਕ ਭੂਮਿਕਾ ਬਣਾਉਣ ਵਾਸਤੇ ਆਪਣੇ ਜਿਹੜਾ ਅੱਜ ਦਾ ਟੌਪਿਕ ਹੈ, ਇਸ ਕਰਕੇ ਮੈਂ ਤੁਹਾਨੂੰ ਇਹ ਸਲਾਈਡ ਐਡ ਕਰਤੀ। ਚਲੋ ਆਪਾਂ ਸਟਾਰਟ ਕਰਦੇ ਹਾਂ। ਨੈਕਸਟ ਦੇਖਦੇ ਹਾਂ ਵੀ ਐਗਰੋ ਫੋਰੈਸਟਰੀ ਹੁੰਦੀ ਕੀ ਹੈ, ਕਿੰਨੇ ਢੰਗ ਦੇ ਨਾਲ ਆਪਾਂ ਕਰ ਸਕਦੇ ਹਾਂ। ਅਤੇ ਰਾਜੇ ਜਿਹੜੇ ਮੈਨੂੰ ਮੈਸੇਜ ਕਰਦੇ ਸੀ ਕਿ ਦੋਨੇ ਲੈਂਗੁਏਜ ਦੇ ਵਿੱਚ, ਤਾਂ ਦੇਖੋ ਜੋ ਵੀ ਮੈਂ ਪੰਜਾਬੀ ਦੇ ਵਿੱਚ ਬੋਲਦਾ ਜਾਂ ਪੜ੍ਹਦਾ ਹਾਂ ਤਾਂ ਨਾਲ ਦੀ ਨਾਲ ਇੰਗਲਿਸ਼ ਦੇ ਵਿੱਚ ਵੀ ਲਿਖਿਆ ਹੁੰਦਾ ਹੈ। ਤਾਂ ਇੰਗਲਿਸ਼ ਦੇ ਵਿੱਚ ਤੁਸੀਂ ਪੜ੍ਹ ਲਿਓ, ਤੁਹਾਨੂੰ ਮੈਂ ਬੋਲ ਕੇ ਦੱਸਤਾ, ਸਮਝਾਤਾ ਵੀ ਇਹ ਹੈ ਕੀ ਚੱਕਰ ਸਾਰਾ। ਓਕੇ ਜੀ, ਹੁਣ ਆਪਾਂ ਗੱਲ ਕਰਦੇ ਹਾਂ ਰਾਜੇ ਐਗਰੋ ਫੋਰੈਸਟਰੀ ਹੁੰਦੀ ਕੀ ਹੈ, ਵਣ ਖੇਤੀ ਕੀ ਚੀਜ਼ ਹੁੰਦੀ ਹੈ। ਕਹਿੰਦਾ ਵਣ ਖੇਤੀ ਕੀ ਹੈ, ਕਹਿੰਦਾ ਵਣ ਖੇਤੀ ਵਿੱਚੋਂ ਕਹਿੰਦਾ ਇੱਕੋ ਖੇਤ ਦੇ ਵਿੱਚ ਰੁੱਖ ਅਤੇ ਫਸਲਾਂ ਇਕੱਠੇ ਉਗਾਏ ਜਾਂਦੇ ਆ। ਮੰਨ ਲਓ ਕੀ ਹੁੰਦਾ ਹੈ ਕਿ ਨੋਰਮਲ ਜਿਹੜੀ ਆਪਾਂ ਖੇਤੀ ਕਰਦੇ ਹਾਂ ਉਹਦੇ ਵਿੱਚ ਸਿਰਫ ਆਪਾਂ ਫਸਲ ਉਗਾਉਣੇ ਆ, ਤਾਂ ਉਹਦੇ ਫਸਲ ਨੂੰ ਵੇਚ ਕੇ ਆਪਾਂ ਕੀ ਕਰਦੇ ਹਾਂ, ਪੈਸੇ ਵੱਟਦੇ ਹਾਂ। ਪਰ ਐਗਰੋ ਫੋਰੈਸਟਰੀ ਦੇ ਵਿੱਚ ਕੀ ਕਰਾਂਗੇ ਰਾਜੇ, ਆਪਾਂ ਖੇਤੀ ਤਾਂ ਕਰਾਂਗੇ ਨਾਲ ਦੀ ਨਾਲ ਕੀ ਕਰਾਂਗੇ, ਉਹਦੇ ਵਿੱਚ ਆਪਾਂ ਰੁੱਖ ਵੀ ਲਗਾਵਾਂਗੇ। ਉਹ ਰੁੱਖ ਦੇ ਨਾਲ ਕੀ ਹੋਊਗਾ, ਤੁਹਾਨੂੰ ਮੈਂ ਇੱਕ ਵਾਰੀ ਡਾਇਆਗ੍ਰਾਮ ਦਿਖਾਉਣਾ ਹੈ, ਤੁਹਾਨੂੰ ਥੋੜ੍ਹਾ ਜਿਹਾ ਜ਼ਿਆਦਾ ਕਲੀਅਰ ਹੋ ਜਾਊਗਾ। ਠੀਕ ਹੈ, ਡਾਇਆਗ੍ਰਾਮ ਕੀ ਦਿਖਾਉਣਾ ਤੁਹਾਨੂੰ ਮੈਂ, ਪਹਿਲਾਂ ਉਹ ਦਿਖਾਉਣਾ ਜਿਹਦੇ ਵਿੱਚ ਖੇਤੀ ਵੀ ਕੀਤੀ ਜਾਂਦੀ ਹੈ। ਆਹ ਦੇਖੋ ਹੁਣ ਕੀ ਆ ਰਾਜੇ, ਇਹਦੇ ਵਿੱਚ ਦਰਖਤ ਵੀ ਲੱਗੇ ਹੋਏ ਨੇ, ਇਹਦੇ ਨਾਲ ਦੀ ਨਾਲ ਆਪਾਂ ਇੱਥੇ ਕੀ ਕੀਤਾ ਹੋਇਆ, ਵੀਡ ਦੀ ਪ੍ਰੋਡਕਸ਼ਨ ਵੀ ਲੈ ਰਹੇ ਹਾਂ। ਠੀਕ ਹੈ, ਤਾਂ ਆਪਾਂ ਸਰੋਂ ਵੀ ਲੈ ਸਕਦੇ ਹਾਂ, ਵੱਖਰੀ ਖੇਤੀਆਂ ਕੀਤੀਆਂ ਜਾਂਦੀਆਂ ਦਰਖਤਾਂ ਦੇ ਨਾਲ। ਤਾਂ ਇਹਦਾ ਮੋਟਿਵ ਕੀ ਹੈ ਐਗਰੋ ਫੋਰੈਸਟਰੀ ਦਾ, ਵੀ ਨਾਲ ਦੀ ਨਾਲ ਆਪਾਂ ਇੱਥੇ ਖੇਤੀ ਵੀ ਕਰ ਰਹੇ ਹਾਂ ਅਤੇ ਨਾਲ ਦੀ ਨਾਲ ਆਪਾਂ ਕੀ ਹੈ, ਦਰਖਤ ਵੀ ਲਗਾਏ ਹੋਏ ਆ। ਤਾਂ ਇਹ ਦਰਖਤਾਂ ਤੋਂ ਵੀ ਆਪਾਂ ਨੂੰ ਆਮਦਨ ਹੁੰਦੀ ਹੈ। ਠੀਕ ਹੈ, ਇਹ ਨਹੀਂ ਕਿ ਇਹ ਦਰਖਤ ਸਿਰਫ ਵਾਤਾਵਰਨ ਨੂੰ ਬਚਾਉਣ ਵਾਸਤੇ ਲਾਏ ਆ। ਇਹ ਐਂ ਕਹਿ ਸਕਦੇ ਹਾਂ ਇੱਕ ਪੰਥ ਦੋ ਕਾਜ, ਮਤਲਬ ਕਿ ਨਾਲ ਦੀ ਨਾਲ ਖੇਤੀ ਵੀ ਕਰੀ ਜਾਂਦੇ ਹਾਂ ਅਤੇ ਨਾਲ ਦੀ ਨਾਲ ਵਾਤਾਵਰਨ ਦੀ ਹੈਲਪ ਵੀ ਹੋ ਰਹੀ ਹੈ। ਇਸ ਤੋਂ ਬਾਅਦ ਕਹਿੰਦਾ ਵੀ ਇੱਥੇ ਜਿਹੜੀ ਇਸ ਤਰ੍ਹਾਂ ਦੀ ਖੇਤੀ ਹੈ, ਇਹਦੇ ਵਿੱਚ ਪਸ਼ੂ ਵੀ ਪਾਲੇ ਜਾ ਸਕਦੇ ਹੈ। ਤਾਂ ਇਸ ਖੇਤੀ ਦਾ ਕਹਿੰਦਾ ਮੋਟਿਵ ਕੀ ਹੈ, ਮੰਤਵ ਕੀ ਹੈ, ਕਹਿੰਦਾ ਕਿਸਾਨ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ। ਕਿਵੇਂ, ਜਿਵੇਂ ਮੰਨ ਲਓ ਅਨਾਜ ਵੀ ਇਹਦੇ ਵਿੱਚ ਪੈਦਾ ਕਰ ਸਕਦੇ ਹਾਂ ਆਪਾਂ, ਲੱਕੜ ਵੀ ਆਪਾਂ ਨੂੰ ਮਿਲਦੀ ਹੈ, ਲੱਕੜ ਬਾਲਣ ਹੋ ਗਏ, ਚਾਰਾ ਵੀ ਮਿਲ ਸਕਦਾ ਪਸ਼ੂਆਂ ਵਾਲਾ। ਅਤੇ ਨਾਲ ਦੀ ਨਾਲ ਆਪਾਂ ਕੀ ਕਰਦੇ ਹਾਂ ਰਾਜੇ, ਆਪਾਂ ਜਿਹੜੀ ਕੁਦਰਤੀ ਸੋਮੇ ਆ, ਜਿਹੜੇ ਆਪਣੇ ਜ਼ਮੀਨ ਹੋ ਗਈ, ਪਾਣੀ ਹੋ ਗਈ, ਹਵਾ ਹੋ ਗਈ, ਉਹਦੀ ਸੰਭਾਲ ਵੀ ਆਪਾਂ ਕਰ ਰਹੇ ਹਾਂ। ਤਾਂ ਇਹ ਬੇਸਿਕਲੀ ਇੱਕ ਜਿਹੜੀ ਨੋਰਮਲ ਆਪਾਂ ਖੇਤੀ ਕਰਦੇ ਹਾਂ ਹੈ ਨਾ, ਠੀਕ ਹੈ, ਜਿਹੜੀ ਨੈਚੁਰਲ ਆਪਾਂ ਕਰਦੇ ਹਾਂ ਉਹਦੇ ਨਾਲੋਂ ਕੀ ਹੈ ਰਾਜੇ, ਇੱਕ ਵੱਖਰੀ ਹੈ ਰਵਾਇਤੀ ਖੇਤੀ ਦੇ ਨਾਲੋਂ ਕੀ ਹੈ, ਇੱਕ ਵੱਖਰੀ ਖੇਤੀ ਹੈ ਜਿਹਦੇ ਵਿੱਚ ਕੀ ਹੈ, ਕਿਸਾਨ ਦੀ ਆਮਦਨ ਦੇ ਵਿੱਚ ਵੀ ਵਾਧਾ ਹੁੰਦਾ, ਕਿਉਂਕਿ ਆਪਾਂ ਇੱਕੋ ਖੇਤ ਦੇ ਵਿੱਚੋਂ, ਇੱਕੋ ਏਰੀਏ ਦੇ ਵਿੱਚੋਂ ਕੀ ਕਰ ਰਹੇ ਹਾਂ, ਇੱਕ ਤੋਂ ਵੱਧ ਫਸਲਾਂ ਦੀ ਕੀ ਕਰ ਰਹੇ ਹਾਂ, ਖੇਤੀ ਕਰ ਰਹੇ ਹਾਂ। ਤਾਂ ਰਾਈਟ ਹੈ, ਜੇ ਆਪਾਂ ਨੋਰਮਲ ਕਰੀਏ, ਟ੍ਰੈਡੀਸ਼ਨਲ ਐਗਰੀਕਲਚਰ ਦੀ ਗੱਲ ਕਰੀਏ, ਤਾਂ ਟ੍ਰੈਡੀਸ਼ਨਲ ਐਗਰੀਕਲਚਰ ਦੇ ਵਿੱਚ ਸਿਰਫ ਆਪਾਂ ਰਾਈਸ ਅਤੇ ਵੀਟ ਦੀ ਵਰਤੋਂ ਕਰਦੇ ਹਾਂ। ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਰਾਈਸ, ਵੀਟ ਜਾਂ ਫਿਰ ਵੱਧ ਤੋਂ ਵੱਧ ਮੱਕੀ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਇਸ ਚੀਜ਼ ਨੂੰ ਦੇਖੋ, ਵਣ ਖੇਤੀ ਜਿਹੜੀ ਹੈਗੀ ਆ, ਇੱਕ ਤਾਂ ਆਪਣੀ ਵਾਤਾਵਰਨ ਦੀ ਹੈਲਪ ਹੋ ਰਹੀ ਹੈ, ਨਾਲ ਦੀ ਨਾਲ ਆਪਣੀ ਆਮਦਨ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ, ਅਤੇ ਨਾਲ ਦੀ ਨਾਲ ਜ਼ਮੀਨ ਨੂੰ ਉਪਜਾਊ ਰੱਖਣ ਵਾਸਤੇ ਦਰਖਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਠੀਕ ਹੈ, ਤਾਂ ਆਈ ਹੋਪ ਤੁਹਾਨੂੰ ਸਮਝ ਲੱਗ ਗਈ ਹੋਊਗੀ ਰਾਜੇ ਐਗਰੋ ਫੋਰੈਸਟਰੀ ਹੁੰਦੀ ਕੀ ਹੈ, ਕਾਹਤੋਂ ਕੀਤੀ ਜਾਂਦੀ ਹੈ। ਹੁਣ ਕੁਐਸਚਨ ਪੁੱਛਿਆ ਕਿਵੇਂ ਜਾਊਗਾ, ਉਹ ਬਿਲਕੁਲ ਐਂਡ ਦੇ ਵਿੱਚ ਤੁਸੀਂ ਆਨਸਰ ਕਰਨਾ ਹੈ, ਮੈਂ ਜਸਟ ਤੁਹਾਨੂੰ ਇੱਥੇ ਥਿਊਰੀ ਕਰਵਾਊਂਗਾ। ਹੁਣ ਨੈਕਸਟ ਦੇਖਦੇ ਹਾਂ ਇਹ ਕਿੰਨੇ ਢੰਗ ਦੇ ਨਾਲ ਕੀਤੀ ਜਾ ਸਕਦੀ ਹੈ। ਤਾਂ ਪਹਿਲੀ ਇਹ ਰਾਜੇ ਦੋ ਢੰਗ ਦੇ ਨਾਲ ਕੀਤੀ ਜਾਂਦੀ ਹੈ। ਇੱਕ ਕਹਿ ਦਿੰਦੇ ਆ ਬਾਉਂਡਰੀ ਪਲਾਂਟੇਸ਼ਨ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਖੇਤ ਦੇ ਬੰਨਿਆਂ 'ਤੇ ਦਰਖਤ ਲਗਾਉਣੇ, ਕਿ ਆਪਾਂ ਪੂਰੇ ਖੇਤ ਦੇ ਵਿੱਚ ਨਹੀਂ ਲਗਾਉਂਦੇ। ਮੰਨ ਲਓ ਆਹ ਮੇਰੀ ਜ਼ਮੀਨ ਸੀਗੀ
ਤਾਂ ਜ਼ਮੀਨ ਦਾ ਜਿਹੜੇ ਬੰਨੇ ਹੁੰਦੇ ਆ, ਬੰਨਾ ਹੁੰਦਾ ਰਾਜੇ ਬਾਉਂਡਰੀ ਨੂੰ ਕਹਿ ਦਿੰਦੇ ਆ। ਬਾਉਂਡਰੀ ਹੋ ਗਈ, ਮੈਂ ਇੱਥੇ ਲਗਾ ਦੂੰਗਾ ਦਰਖਤ, ਤਾਂ ਬਾਉਂਡਰੀ ਤੇ ਮੈਂ ਕੁਝ ਫਾਸਲਿਆਂ ਦੇ ਉੱਪਰ ਕੀ ਲਗਾ ਦੂੰਗਾ ਰਾਜੇ, ਦਰਖਤ ਲਗਾ ਦੂੰਗਾ। ਜਾਂ ਫਿਰ ਇੱਕ ਹੁੰਦੇ ਆ ਖਾਲ, ਖਾਲ ਹੁੰਦਾ ਜਿਹਦੇ ਵਿੱਚ ਤੁਸੀਂ ਪਾਣੀ ਜਾਂਦਾ ਹੈ, ਜਿਵੇਂ ਮੰਨ ਲਓ ਕੋਈ ਨਦੀ ਹੋ ਗਈ, ਨਹਿਰ ਤੋਂ ਆਪਾਂ ਪਾਣੀ ਜ਼ਮੀਨ ਨੂੰ ਦਿੰਦੇ ਆ, ਤਾਂ ਉਹ ਖਾਲ ਦੇ ਬੰਨੇ ਹੁੰਦੇ, ਉਹਨਾਂ ਤੇ ਆਪਾਂ ਕੀ ਲਗਾ ਸਕਦੇ ਹਾਂ, ਪਲਾਂਟੇਸ਼ਨ ਕਰ ਸਕਦੇ ਹਾਂ, ਦਰਖਤ ਵਗੈਰਾ ਲਗਾ ਸਕਦੇ ਹਾਂ। ਤਾਂ ਇਹ ਪਹਿਲੀ ਹੋ ਗਈ ਤੁਹਾਡੀ ਭਾਈ ਬਾਉਂਡਰੀ ਪਲਾਂਟੇਸ਼ਨ। ਆਪਾਂ ਇਹਨੂੰ ਪੜ੍ਹਦੇ ਹਾਂ, ਇੱਕ ਵਾਰੀ ਪੰਜਾਬੀ ਦੇ ਵਿੱਚ ਸਲਾਈਡ ਜ਼ਰੂਰ ਪੜ੍ਹਿਆ ਕਰੋ। ਕਹਿੰਦਾ ਇਸ ਵਿਧੀ ਦੇ ਵਿੱਚ ਕੀ ਹੁੰਦਾ ਹੈ, ਕਹਿੰਦਾ ਕਿਸਾਨ ਖੇਤ ਦੇ ਬੰਨਿਆਂ ਤੇ ਜਾਂ ਫਿਰ ਖਾਲਾਂ ਦੇ ਵਿੱਚ ਕੀ ਕਰਦੇ ਆ, ਇੱਕ ਜਾਂ ਦੋ ਕਤਾਰਾਂ ਦੇ ਵਿੱਚ ਦਰਖਤ ਲਗਾਉਂਦੇ ਆ। ਤਾਂ ਰਾਜੇ ਇੱਕ ਲਾਈਨ ਦੇ ਵਿੱਚ ਲਗਾ ਸਕਦੇ ਆ, ਦੋ ਲਾਈਨ ਦੇ ਵਿੱਚ ਲਗਾ ਸਕਦੇ ਆ, ਦੋਨੇ ਸਾਈਡ ਤੇ ਲਗਾ ਸਕਦੇ ਆ, ਕਿਉਂਕਿ ਜਿਹੜਾ ਖਾਲ ਹੁੰਦਾ ਹੈ ਉਹਦੇ ਦੋ ਬੰਨੇ ਹੁੰਦੇ ਆ, ਤਾਂ ਦੋਨਾਂ ਦੇ ਸਾਈਡ ਵੀ ਲਗਾ ਸਕਦਾ ਹੈ, ਇੱਕ ਸਾਈਡ ਵੀ ਲਗਾ ਸਕਦਾ ਹੈ, ਰਾਈਟ ਹੈ। ਇਸ ਤੋਂ ਬਾਅਦ ਆਪਾਂ ਹੋਰ ਗੱਲ ਕਰਦੇ ਹਾਂ, ਕਹਿੰਦਾ ਇਹ ਦਰਖਤ ਕਹਿੰਦਾ ਖੇਤੀ ਦੇ ਕੰਮਾਂ ਵਿੱਚ ਕੋਈ ਰੁਕਾਵਟ ਨਹੀਂ ਪਾਉਂਦੇ। ਆਪਾਂ ਇਹੋ ਜਿਹੇ ਦਰਖਤ ਯੂਜ਼ ਕਰਦੇ ਹਾਂ ਜਿਹੜੇ ਕਿ ਆਪਣੀ ਫਸਲ ਨੂੰ ਨੁਕਸਾਨ ਨਾ ਦੇਣ, ਜਿਹਦੀ ਛਾਂ ਘੱਟ ਹੋਵੇ, ਕਿਉਂਕਿ ਜੇ ਛਾਂ ਜ਼ਿਆਦਾ ਹੋਊਗੀ, ਛਾਂ ਦਾ ਮਤਲਬ ਕਿ ਸ਼ੈਡੋ ਜ਼ਿਆਦਾ ਪਊਗੀ ਤਾਂ ਫਸਲ ਖਰਾਬ ਹੋ ਜਾਂਦੀ ਹੈ। ਉਹ ਜਿੱਥੇ ਸ਼ੈਡੋ ਜ਼ਿਆਦਾ ਪਊਗੀ ਉਹ ਫਸਲ ਕੀ ਹੋਣੀ ਸ਼ੁਰੂ ਹੋ ਜਾਂਦੀ ਹੈ, ਗਲਣੀ ਸ਼ੁਰੂ ਹੋ ਜਾਂਦੀ ਹੈ। ਆਪਾਂ ਇੱਦਾਂ ਦੇ ਦਰਖਤਾਂ ਦੀ ਚੋਣ ਕਰਦੇ ਹਾਂ, ਸਿਲੈਕਸ਼ਨ ਐਵੇਂ ਕਰਦੇ ਹਾਂ ਵੀ ਉਹ ਦਰਖਤਾਂ ਦੀ ਹਾਈਟ ਵੱਧ ਹੋਵੇ ਤੇ ਉਹਨਾਂ ਦੀ ਛਤਰੀ ਘੱਟ ਹੋਵੇ। ਛਤਰੀ ਦਾ ਮਤਲਬ ਕਿ ਉਹ ਛਾਂ ਘੱਟ ਕਰਨ, ਸ਼ੈਡੋ ਘੱਟ ਕਰਨ। ਤਾਂ ਰਾਈਟ ਹੈ, ਇੱਦਾਂ ਦੇ ਦਰਖਤ ਕੀ ਕੀਤੇ ਜਾਂਦੇ ਆ, ਐਗਰੋ ਫੋਰੈਸਟਰੀ ਦੇ ਵਿੱਚ ਸਿਲੈਕਟ ਕੀਤੇ ਜਾਂਦੇ ਆ। ਤਾਂ ਕਹਿੰਦਾ ਵੀ ਇਹ ਦਰਖਤ ਕਹਿੰਦਾ ਖੇਤੀ ਦੇ ਕੰਮਾਂ ਵਿੱਚ ਕੋਈ ਰੁਕਾਵਟ ਨਹੀਂ ਪਾਉਂਦੇ, ਤੇ ਕਹਿੰਦਾ ਫਸਲਾਂ ਨੂੰ ਪੈਣ ਵਾਲੇ ਖੁਰਾਕੀ ਤੱਤ ਤੇ ਪਾਣੀ ਮਿਲਣ ਕਰਕੇ ਇਹਨਾਂ ਦਾ ਵਾਧਾ ਵੀ ਛੇਤੀ ਹੁੰਦਾ ਹੈ। ਤਾਂ ਓਬਵੀਅਸ ਹੈ, ਜਦੋਂ ਕਿ ਆਪਾਂ ਜੋ ਵੀ ਜ਼ਮੀਨ ਨੂੰ ਆਪਾਂ ਖਾਦ ਵਗੈਰਾ ਪਾਵਾਂਗੇ, ਨੈਚੁਰਲ ਤੱਤ ਆਉਣਗੇ, ਉਹ ਦਰਖਤਾਂ ਨੂੰ ਮਿਲਣਗੇ, ਤਾਂ ਦਰਖਤਾਂ ਦੀ ਕੀ ਹੈ, ਗਰੋਥ ਵੀ ਕੀ ਹੋਊਗੀ, ਬਹੁਤ ਜਲਦੀ ਹੋਊਗੀ। ਇਸ ਤੋਂ ਬਾਅਦ ਕਹਿੰਦਾ ਖੇਤਾਂ ਦੇ ਵਿੱਚ ਲੱਗੇ ਦਰਖਤਾਂ ਦਾ ਕਹਿੰਦਾ ਫਸਲਾਂ ਤੇ ਮਾੜਾ ਪ੍ਰਭਾਵ ਪੈਂਦਾ ਹੈ। ਤਾਂ ਤੁਹਾਨੂੰ ਮੈਂ ਪਹਿਲਾਂ ਦੱਸ ਹਟਿਆ ਵੀ ਜੇ ਦਰਖਤਾਂ ਦੀ ਛਾਂ ਜ਼ਿਆਦਾ ਰਵੇ ਤਾਂ ਉੱਥੇ ਫਸਲ ਕੀ ਹੋਣੀ ਸ਼ੁਰੂ ਹੋ ਜਾਂਦੀ ਹੈ, ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਹੁਣ ਆਪਾਂ ਨੂੰ ਦਰਖਤਾਂ ਦੀ ਸਹੀ ਚੋਣ ਕਰਨੀ ਪੈਣੀ ਆ, ਰਾਈਟ ਸਿਲੈਕਸ਼ਨ ਕਰਨੀ ਪੈਣੀ ਆ ਵੀ ਆਪਾਂ ਕਿਸ ਤਰ੍ਹਾਂ ਦਾ ਉੱਥੇ ਪੇੜ ਲਗਾਉਣਾ, ਦਰਖਤ ਲਗਾਉਣਾ। ਤਾਂ ਆਪਾਂ ਕਿਵੇਂ ਲਗਾਉਣਾ ਰਾਜੇ, ਜਿਹੜਾ ਛੇਤੀ ਵੱਧ ਜਾਵੇ, ਜਿਹਦੀ ਗਰੋਥ ਕੀ ਹੋਵੇ ਜਲਦੀ, ਛੋਟੀ ਛਤਰੀ ਮਤਲਬ ਕਿ ਘੱਟ ਸ਼ੈਡੋ ਵਾਲਾ, ਤੇ ਸਰਦੀਆਂ ਦੇ ਵਿੱਚ ਜਿਹਦੇ ਕੀ ਹੋ ਜਾਣ, ਪੱਤੇ ਝੜ ਜਾਣ। ਤਾਂ ਕਿਉਂਕਿ ਸਰਦੀਆਂ ਦੇ ਵਿੱਚ ਕੀ ਹੁੰਦਾ, ਆਪਾਂ ਨੂੰ ਧੁੱਪ ਵਗੈਰਾ ਜ਼ਿਆਦਾ ਚਾਹੀਦੀ ਹੈ ਫਸਲ ਨੂੰ, ਤਾਂ ਇਸ ਤਰ੍ਹਾਂ ਦੀ ਸਿਲੈਕਸ਼ਨ ਕੀਤੀ ਜਾਂਦੀ ਹੈ ਰਾਜੇ। ਤਾਂ ਆਪਾਂ ਕੀ ਆ, ਦਰਖਤਾਂ ਨੂੰ ਕਹਿੰਦਾ ਕੁਛ ਮੀਟਰ ਦੇ ਫਾਸਲੇ ਦੇ ਵਿਚਕਾਰ ਲਗਾ ਸਕਦੇ ਹਾਂ। ਮੰਨ ਲਓ ਮੈਂ ਆਹ ਦਰਖਤ ਲਗਾਤਾ, ਕੁਛ ਏਰੀਆ ਛੱਡ ਕੇ ਫਿਰ ਆਹ ਲਗਾਤਾ, ਕੁਛ ਏਰੀਆ ਛੱਡ ਕੇ ਆਹ ਲਗਾਤਾ। ਇਹ ਏਰੀਆ ਕੋਈ ਫਿਕਸ ਨਹੀਂ ਹੁੰਦਾ, ਆਪਾਂ ਘਟਾ ਵਧਾ ਸਕਦੇ ਹਾਂ ਅਕੋਰਡਿੰਗ ਟੂ ਦਾ ਸਿਲੈਕਸ਼ਨ ਆਫ ਦਰਖਤ। ਵੀ ਦਰਖਤ ਦੇ ਸਿਲੈਕਸ਼ਨ ਦੇ ਅਕੋਰਡਿੰਗ ਆਪਾਂ ਇਹਨੂੰ ਕੀ ਕਰ ਸਕਦੇ ਹਾਂ, ਚੇਂਜ ਕਰ ਸਕਦੇ ਹਾਂ। ਇਸ ਤੋਂ ਬਾਅਦ ਕਹਿੰਦਾ ਰਾਜੇ ਖੇਤੀ ਬੰਨਿਆਂ ਤੇ ਕਈ ਤਰ੍ਹਾਂ ਦੇ ਦਰਖਤ ਲਗਾਏ ਜਾ ਸਕਦੇ ਆ, ਜਿਵੇਂ ਕਿ ਸਫੈਦਾ ਹੋ ਗਿਆ, ਆਪਣਾ ਪੋਪੂਲਰ ਹੋ ਗਿਆ, ਤੂਤ ਹੋ ਗਿਆ ਰਾਜੇ, ਤੇ ਆਪਣਾ ਲਸੂੜਾ ਹੋ ਗਿਆ, ਟਾਲੀ ਹੋ ਗਈ। ਤਾਂ ਇੰਗਲਿਸ਼ ਦੇ ਵਿੱਚ ਵੀ ਮੈਂ ਜ਼ਰੂਰ ਪੜੂੰਗਾ ਕਿਉਂਕਿ ਇਹ ਬਿਲਕੁਲ ਠੇਠ ਵਰਡ ਨੇ। ਆਪਣੇ ਜਿਹੜੇ ਪਿੰਡਾਂ ਨੂੰ ਬਿਲੋਂਗ ਕਰਦੇ ਆ ਜਾਂ ਖੇਤੀ ਦੇ ਨਾਲ ਸੰਬੰਧਿਤ ਸਟੂਡੈਂਟ ਹੋਣਗੇ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਊਗੀ, ਪਰ ਕਈ ਜਿਹੜੇ ਬੇਟਾ ਸ਼ਹਿਰੀ ਏਰੀਆ ਨੂੰ ਜਿਨ੍ਹਾਂ ਨੇ ਖੇਤੀ ਦੇ ਨਾਲ ਕਦੇ ਕੋਈ ਵਾਹ ਨਹੀਂ ਪਿਆ, ਕੋਈ ਲੈਣਾ ਦੇਣਾ ਨਹੀਂ, ਤਾਂ ਹੋ ਸਕਦਾ ਉਹਨਾਂ ਨੂੰ ਇਹ ਚੀਜ਼ਾਂ ਜ਼ਿਆਦਾ ਸਮਝ ਨਾ ਆਉਣ। ਤਾਂ ਇਸ ਕਰਕੇ ਮੈਂ ਨੈਕਸਟ ਤੁਹਾਡੇ ਵਾਸਤੇ, ਤੁਹਾਡੀ ਹੈਲਪ ਵਾਸਤੇ ਰਾਜੇ ਮੈਂ ਐਡ ਕੀਤੀ ਹੋਈ ਹੈ ਸਲਾਈਡ, ਮੈਂ ਦੱਸਦਾ। ਆਹ ਦੇਖੋ ਜਿਹੜੀ ਬਾਉਂਡਰੀ ਪਲਾਂਟੇਸ਼ਨ ਹੁੰਦੀ ਹੈ ਬਿਲਕੁਲ ਬਾਉਂਡਰੀ 'ਤੇ ਹੋਊਗੀ, ਠੀਕ ਹੈ। ਇਹ ਕੋਈ ਫੋਰਨ ਕੰਟਰੀ ਦੀ ਮੈਂ ਲਈ ਹੋਈ ਹੈ ਪਿਕਚਰ, ਲੇਕਿਨ ਪੰਜਾਬ ਦੀ ਪਿਕਚਰ ਤੁਹਾਨੂੰ ਮੈਂ ਦਿਖਾਉਣਾ ਪੰਜਾਬ ਦੇ ਵਿੱਚ ਕਿਵੇਂ ਆ। ਆਹ ਪੰਜਾਬ ਦੀ ਖੇਤਾਂ ਦੀ ਪਿਕਚਰ ਹੈ ਭਾਈ, ਆਹ ਦੇਖੋ ਬਾਉਂਡਰੀ ਆ ਕਿਸੇ ਖੇਤ ਦੀ, ਤਾਂ ਆਹ ਖੇਤ ਦੀ ਬਾਉਂਡਰੀ 'ਤੇ ਕੀ ਲਗਾਏ ਹੋਏ ਆ, ਦਰਖਤ ਵਗੈਰਾ ਲਗਾਏ ਹੋਏ ਆ, ਸਫੈਦਾ ਲਗਾਇਆ ਹੋਇਆ ਹੈ, ਠੀਕ ਹੈ ਜੀ। ਤਾਂ ਜਿਵੇਂ ਸਫੈਦਾ ਹੋ ਗਿਆ, ਪੋਪੂਲਰ ਹੋ ਗਿਆ, ਤੂਤ ਵਗੈਰਾ ਲਗਾਇਆ ਜਾਂਦਾ ਹੈ। ਤਾਂ ਰਾਜੇ ਇੰਗਲਿਸ਼ ਦੇ ਵਿੱਚ ਵੀ ਜ਼ਰੂਰ ਪੜ੍ਹਨਾ ਹੈ ਕਿਉਂਕਿ ਜਿਹੜਿਆਂ ਦਾ ਮੀਡੀਅਮ ਇੰਗਲਿਸ਼ ਹੈ, ਦੇਖੋ ਆਪਣਾ ਮੋਟਿਵ ਕੀ ਆ, ਉੱਥੇ ਕੋਈ ਥਿਊਰੀ ਤਾਂ ਆਉਣੀ ਨਹੀਂ ਗੀ। ਆਪਣਾ ਮੋਟਿਵ ਇਹੀ ਆ ਵੀ MCQ ਬਿਲਕੁਲ ਆਪਾਂ ਰਾਈਟ ਕਰਕੇ ਆਈਏ। ਤਾਂ MCQ ਰਾਈਟ ਉਦੋਂ ਹੋਊਗਾ ਜਦੋਂ ਆਪਾਂ ਜਿਹੜੀ ਭਾਸ਼ਾ ਆਪਾਂ ਨੂੰ ਸਮਝ ਆ ਰਹੀ ਹੈ, ਜਿਹਦੇ ਵਿੱਚ ਆਪਾਂ ਜ਼ਿਆਦਾ ਅੰਡਰਸਟੈਂਡ ਕਰ ਸਕਦੇ ਹਾਂ, ਉਸ ਭਾਸ਼ਾ ਦੇ ਵਿੱਚ ਆਪਾਂ ਕੀ ਕਰੀਏ, ਕੰਟੈਂਟ ਨੂੰ ਪੜ੍ਹੀਏ। ਤਾਂ ਸਮਝਾਉਣ ਵਾਲਾ ਤਾਂ ਮੈਂ ਤੁਹਾਨੂੰ ਦੱਸ ਰਿਹਾ ਬੋਲ ਕੇ ਪੰਜਾਬੀ ਦੇ ਵਿੱਚ ਹੀ ਸਮਝਾ ਰਿਹਾ, ਲੇਕਿਨ ਪੜ੍ਹਨ ਵਾਲਾ ਤੁਸੀਂ ਕੀ ਆ, ਦੋਨੇ ਕੰਟੈਂਟ ਜਿਹਦੇ ਵਿੱਚ ਤੁਸੀਂ ਕੰਫਰਟੇਬਲ ਹੋ ਉਹਨੂੰ ਪੜ੍ਹ ਲਿਓ ਪਲੀਜ਼, ਠੀਕ ਹੈ। ਹੁਣ ਨੈਕਸਟ ਕ੍ਰੋਪਿੰਗ ਦੀ ਗੱਲ ਕਰਦੇ ਹਾਂ ਰਾਜੇ। ਸੈਕਿੰਡ ਮੈਥਡ ਕਿਹੜਾ ਐਗਰੋ ਫੋਰੈਸਟਰੀ ਦਾ, ਕਹਿੰਦਾ ਇੰਟਰ ਕ੍ਰੋਪਿੰਗ ਕਰਦੇ ਹਾਂ ਆਪਾਂ, ਬਲੌਕ ਪਲਾਂਟੇਸ਼ਨ। ਉਹ ਕਿਵੇਂ ਕਰਦੇ ਹਾਂ ਰਾਜੇ, ਤੁਹਾਨੂੰ ਮੈਂ ਦਿਖਾ ਦਿੰਦਾ। ਇਹਦੇ ਵਿੱਚ ਕੀ ਹੁੰਦਾ ਹੈ, ਪੰਜਾਬੀ 'ਚ ਗੱਲ ਕਰਦੇ ਆ, ਕਹਿੰਦਾ ਦਰਖਤ ਅਤੇ ਫਸਲਾਂ ਦੀ ਰਲਵੀਂ ਕਾਸ਼ਤ, ਮਤਲਬ ਕਿ ਇੱਕੋ ਰਕਬੇ ਦੇ ਵਿੱਚ ਆਪਾਂ ਕੀ ਕਰਾਂਗੇ, ਫਸਲ ਵੀ ਲਗਾਵਾਂਗੇ, ਦਰਖਤ ਵੀ ਲਗਾਵਾਂਗੇ। ਤੁਹਾਨੂੰ ਮੈਂ ਫੋਟੋ ਦਿਖਾਈ ਸੀ ਨਾ, ਆਹ ਵਾਲੀ ਫੋਟੋ, ਤਾਂ ਇਹਦੇ ਵਿੱਚ ਆਪਾਂ ਕੀ ਕਰ ਰਹੇ ਹਾਂ, ਡਬਲ ਕੰਮ ਕਰ ਰਹੇ ਹਾਂ। ਡਬਲ ਕੰਮ ਕੀ ਕੀਤਾ ਆਪਾਂ ਇਹ ਦਰਖਤ ਵੀ ਲਗਾਤੇ ਤੇ ਆਪਾਂ ਇਹਦੇ ਵਿੱਚ ਵੀਟ ਵੀ ਲਗਾਤੀ, ਅਨਾਜ ਵੀ ਮਿਲ ਰਿਹਾ, ਲੱਕੜ ਵੀ ਮਿਲ ਰਹੀ ਹੈ ਆਪਾਂ ਨੂੰ। ਐਵੇਂ ਆਪਾਂ ਰਾਜੇ ਨੈਕਸਟ ਸਰੋਂ ਵੀ ਲਗਾ ਸਕਦੇ ਹਾਂ, ਤਾਂ ਸਰੋਂ ਤੋਂ ਆਪਾਂ ਤੇਲ ਵਗੈਰਾ ਮਿਲਦਾ, ਚਾਰਾ ਵਗੈਰਾ ਵੀ ਮਿਲਦਾ, ਤੇ ਦਰਖਤਾਂ ਤੋਂ ਆਪਾਂ ਨੂੰ ਕੀ ਮਿਲੂਗੀ, ਆਮਦਨ, ਲੱਕੜ ਵੀ ਮਿਲੂਗੀ।
ਤਾਂ ਨਾਲ ਦੀ ਨਾਲ ਆਪਣੇ ਵਾਤਾਵਰਨ ਵੀ ਕੀ ਰਹੂਗਾ, ਅਨੁਕੂਲ ਰਹੂਗਾ। ਤਾਂ ਪੜ੍ਹ ਲੈਂਦੇ ਆਪਾਂ। ਕਹਿੰਦਾ ਇਸ ਮਾਡਲ ਦੇ ਵਿੱਚ ਕੀ ਹੁੰਦਾ, ਕਹਿੰਦਾ ਸਾਰੇ ਖੇਤ ਦੇ ਵਿੱਚ ਦਰਖਤ ਲਗਾਏ ਜਾਂਦੇ ਆ। ਤਾਂ ਇੱਥੇ ਬੰਨਿਆਂ ਤੇ ਨਹੀਂ ਲਗਾਏ ਜਾਂਦੇ, ਪੂਰੇ ਦਰਖਤ ਲਗਾਏ ਜਾਂਦੇ ਆ ਪੂਰੇ ਏਰੀਏ ਦੇ ਵਿੱਚ, ਠੀਕ ਹੈ। ਤਾਂ ਇਹਨਾਂ ਰੁੱਖਾਂ ਦੇ ਨਾਲ ਆਪਾਂ ਕੀ ਕਰ ਸਕਦੇ ਹਾਂ ਰਾਜੇ, ਕਣਕ ਹੋ ਗਈ, ਸਰੋਂ ਹੋ ਗਈ, ਹਲਦੀ ਹੋ ਗਈ, ਅਦਰਕ ਹੋ ਗਿਆ, ਧਨੀਆ ਹੋ ਗਿਆ, ਗਾਜਰਾਂ ਹੋ ਗਈਆਂ, ਗੋਭੀਆਂ, ਚੁਕੰਦਰ, ਆਲੂ, ਵੱਖਰੀਆਂ ਵੱਖਰੀਆਂ ਕਿਸਮਾਂ ਦੀ ਫਸਲਾਂ ਦੀ ਕੀ ਕੀਤੀ ਜਾਂਦੀ ਹੈ, ਕਾਸ਼ਤ ਕੀਤੀ ਜਾਂਦੀ ਹੈ। ਤਾਂ ਮੰਨ ਲਓ ਕਿ ਇੱਕ ਜਗ੍ਹਾ ਤੇ ਆਪਾਂ 2 ਫਸਲਾਂ ਉਗਾਉਣੇ ਹਾਂ। ਇਹਨਾਂ ਨੂੰ ਦੇਖ ਲਿਓ ਰਾਜੇ। ਤਾਂ ਇਹ ਕੋਈ ਜ਼ਿਆਦਾ ਔਖਾ ਟੌਪਿਕ ਨਹੀਂ ਸੀਗਾ, ਤਾਂ ਤੁਹਾਨੂੰ ਸਮਝ ਆ ਗਿਆ ਹੋਊਗਾ। ਬਸ ਜਸਟ ਤੁਸੀਂ ਮੈਥਡ ਯਾਦ ਰੱਖਣੇ ਨੇ ਤੇ ਕਨਸੈਪਚੁਅਲ ਕੁਐਸਚਨ ਪੁੱਛਿਆ ਜਾ ਸਕਦਾ। ਸਟੇਟਮੈਂਟਾਂ ਆਉਣਗੀਆਂ ਵੀ ਆਹ ਸਟੇਟਮੈਂਟ ਸਹੀ ਹੈ ਐਗਰੋ ਫੋਰੈਸਟਰੀ ਬਾਰੇ ਜਾਂ ਨਹੀਂ ਹੈਗੀ। ਹੁਣ ਨੈਕਸਟ ਗੱਲ ਕਰਦੇ ਹਾਂ ਕਿ ਆਪਾਂ ਜਿਹੜੇ ਦਰਖਤਾਂ ਦੀ ਚੋਣ ਕਰਨੀ ਆ ਵੀ ਆਪਾਂ ਕਿਸ ਤਰ੍ਹਾਂ ਦੇ ਦਰਖਤ ਲਗਾਈਏ। ਹੁਣ ਰਾਜੇ ਦਰਖਤ ਵੀ ਬਹੁਤ ਕਿਸਮ ਦੇ ਹੁੰਦੇ ਆ। ਕੁਝ ਠੰਡੇ ਇਲਾਕਿਆਂ ਦੇ ਵਿੱਚ ਜ਼ਿਆਦਾ ਜਲਦੀ ਵੱਧਦੇ ਨੇ, ਕੁਝ ਗਰਮੀ ਦੇ ਵਿੱਚ ਵੱਧਦੇ ਨੇ, ਕੁਝ ਜਿਹੜੇ ਗਰਮੀ ਵਾਲੇ ਆ ਉਹ ਠੰਡ ਦੇ ਵਿੱਚ ਨਹੀਂ ਹੋ ਸਕਦੇ, ਜਿਹੜੇ ਠੰਡ ਵਾਲੇ ਆ ਗਰਮੀ ਵਾਲੇ ਇਲਾਕੇ ਵਿੱਚ ਨਹੀਂ ਹੋ ਸਕਦੇ। ਇਸ ਕਰਕੇ ਆਪਾਂ ਨੂੰ ਆਪਣੇ ਜਲਵਾਯੂ ਦੇ ਆਧਾਰ ਤੇ, ਠੀਕ ਹੈ, ਐਟਮੋਸਫੀਅਰ ਦੇ ਆਧਾਰ ਤੇ ਆਪਾਂ ਨੂੰ ਸਿਲੈਕਸ਼ਨ ਕਰਨੀ ਪਊਗੀ ਕਿਹਦੀ, ਦਰਖਤਾਂ ਦੀ। ਤਾਂ ਰਾਜੇ ਇਹ ਕਹਿੰਦਾ ਵੀ ਜਲਵਾਯੂ ਦੇ ਆਧਾਰ ਤੇ ਕਹਿੰਦਾ ਅਗਰ ਸਮੁੱਚੇ ਪੰਜਾਬ ਦੇ ਵਿੱਚ ਕਹਿੰਦਾ ਮੁੱਖ ਤੌਰ ਤੇ 3 ਖੇਤਰਾਂ ਦੇ ਵਿੱਚ ਵੰਡਿਆ ਗਿਆ। ਕਿਹਨੂੰ, ਪੰਜਾਬ ਨੂੰ। ਤਾਂ ਰਾਜੇ ਪੰਜਾਬ ਦੀ ਜਿਹੜੀ ਮਿੱਟੀ ਹੋ ਗਈ, ਪਾਣੀ ਦੀ ਕਿਸਮ ਹੋ ਗਈ, ਹੈ ਨਾ, ਹਵਾ ਜਿਹੜੀ ਮਤਲਬ ਕਿ ਆਬੋ ਹਵਾ ਹੁੰਦੀ ਆ ਕਿ ਉੱਥੋਂ ਦਾ ਐਟਮੋਸਫੀਅਰ ਕਿੱਦਾਂ ਦੀ ਹਵਾ ਉੱਥੇ ਵਗਦੀ ਰਹਿੰਦੀ ਆ ਨਾਰਮਲ। ਤਾਂ ਉਸ ਬੇਸ ਤੇ ਇਹਨੂੰ 3 ਭਾਗਾਂ 'ਚ ਵੰਡਿਆ ਗਿਆ ਪੰਜਾਬ ਦੇ ਏਰੀਏ ਨੂੰ। ਤਾਂ ਤਿੰਨੇ ਏਰੀਏ ਆਪਾਂ ਪੜ੍ਹਨੇ ਨੇ ਤੇ ਦੇਖਣੇ ਨੇ ਕਿਹੜੇ ਕਿਹੜੇ ਏਰੀਏ ਦੇ ਵਿੱਚ ਕਿਹੜਾ ਕਿਹੜਾ ਦਰਖਤ ਹੁੰਦਾ। ਪਹਿਲਾ ਆ ਗਿਆ ਰਾਜੇ ਕੰਢੀ ਇਲਾਕਾ। ਤਾਂ ਕੰਢੀ ਇਲਾਕਾ ਤੁਹਾਨੂੰ ਪਤਾ ਹੀ ਆ, ਜਿੱਥੇ ਕੀ ਆ ਜ਼ਮੀਨ ਦੇ ਵਿੱਚ ਕੀ ਆ ਖੋਰ ਪੈ ਜਾਂਦੇ ਆ, ਭੂਮੀ ਖੋਰ ਹੋ ਜਾਂਦੀ ਹੈ। ਉੱਥੇ ਕੀ ਆ ਜਿਵੇਂ ਫਸਲਾਂ ਵੀ ਮਤਲਬ ਕਿ ਜ਼ਮੀਨਾਂ ਵੀ ਛੋਟੀਆਂ ਹੁੰਦੀਆਂ ਨੇ ਤੇ ਉੱਥੇ ਕੀ ਆ ਵੀ ਐਂ ਪੰਜਾਬ ਨਾਰਮਲ ਪੰਜਾਬ ਵਾਂਗੂ ਜ਼ਮੀਨਾਂ ਨਹੀਂ ਹੁੰਦੀਆਂ ਗੀਆਂ, 10-10 ਕਿੱਲੇ ਇਕੱਠੇ ਨਹੀਂ ਹੁੰਦੇਗੇ। ਤੇ ਕਿੱਲੇ ਕੀ ਹੁੰਦੇ ਆ, ਜਿਹੜੀ ਜ਼ਮੀਨ ਹੁੰਦੀ ਹੈ ਉਹ ਸਮਤਲ ਵੀ ਨਹੀਂ ਹੁੰਦੀਗੀ। ਮੰਨ ਲਓ ਇੱਕ ਜ਼ਮੀਨ ਤਾਂ ਬਹੁਤ ਉੱਚੀ ਹੈ, ਇੱਕ ਬਹੁਤ ਨੀਵੀਂ ਹੈ, ਫਿਰ ਕੋਈ ਉੱਬੜ ਖਾਬੜ ਹੈ, ਠੀਕ ਹੈ। ਤਾਂ ਇਹ ਸਾਰੇ ਕੀ ਨੇ ਰਾਜੇ, ਆਪਣੇ ਕੰਢੀ ਇਲਾਕੇ ਨੇ, ਇਹਨਾਂ ਨੂੰ ਪਹਾੜੀ ਇਲਾਕੇ ਵੀ ਕਹਿ ਦਿੰਦੇ ਆ। ਤਾਂ ਕਹਿੰਦਾ ਜਿਵੇਂ ਇਹ ਨੀਮ ਪਹਾੜੀ ਖੇਤਰਾਂ ਵਿੱਚ ਕਹਿੰਦਾ ਜ਼ਮੀਨਾਂ ਉੱਚੀਆਂ ਨੀਵੀਆਂ ਹੋਣ ਕਰਕੇ ਭੂਮੀ ਖੋਰ ਦੀ ਸਮੱਸਿਆ ਕਾਫੀ ਹੁੰਦੀ ਹੈ। ਭੂਮੀ ਖੋਰ ਹੁੰਦਾ ਵੀ ਮਿੱਟੀ ਵਹਿ ਜਾਂਦੀ ਜਦੋਂ ਕੋਈ ਮਤਲਬ ਕਿ ਪਾਣੀ ਜਦੋਂ ਕੋਈ ਬਾਰਿਸ਼ ਆਉਂਦੀ ਹੈ ਤਾਂ ਜ਼ਮੀਨ ਦੀ ਜਿਹੜੀ ਮਿੱਟੀ ਹੁੰਦੀ ਆ ਉਹ ਵਗ ਜਾਂਦੀ ਹੈ ਕਿਉਂਕਿ ਉੱਚੀ ਨੀਵੀਂ ਹੋਣ ਕਰਕੇ। ਇਸ ਤੋਂ ਇਲਾਵਾ ਰਾਜੇ ਇੱਥੇ ਕੀ ਹੈ, ਸਿੰਚਾਈ ਦੀਆਂ ਸਹੂਲਤਾਂ ਘੱਟ ਹੁੰਦੀਆਂ ਨੇ। ਮੰਨ ਲਓ ਜਿਵੇਂ ਟਿਊਬਵੈਲ ਵਗੈਰਾ ਘੱਟ ਹੁੰਦੇ ਆ, ਨੈਚੁਰਲ ਜਿਹੜੀ ਵਰਖਾ ਹੁੰਦੀ ਹੈ, ਠੀਕ ਹੈ, ਉੱਤੇ ਕੀ ਕਰਦੇ ਇਸ ਤਰ੍ਹਾਂ ਦੀ ਖੇਤੀ ਨਿਰਭਰ ਹੈ। ਰਾਈਟ ਹੈ। ਤਾਂ ਹੁਣ ਕਹਿੰਦਾ ਵੀ ਇੱਥੇ ਕਹਿੰਦਾ ਮੁੱਖ ਤੌਰ ਤੇ ਕਿਹੜੇ ਆਪਾਂ ਲਗਾਉਣੇ, ਜਿਵੇਂ ਕਿੱਕਰ ਹੋ ਗਈ, ਟਾਹਲੀ ਹੋ ਗਈ, ਬੇਰ ਹੋ ਗਏ, ਤੂਤ ਹੋ ਗਿਆ, ਆਪਣੀ ਨਿੰਮ ਹੋ ਗਈ ਰਾਜੇ, ਅੰਬ ਹੋ ਗਿਆ, ਠੀਕ ਹੈ, ਬਿੱਲ ਦਾ ਦਰਖਤ ਹੋ ਗਿਆ, ਆਪਣਾ ਆਮਲਾ ਹੋ ਗਿਆ, ਫਲਾਈ ਹੋ ਗਈ, ਡੇਗ ਹੋ ਗਈ, ਹਰੜ ਹੋ ਗਈਆਂ, ਤਾਂ ਅਰਜਨ ਹੋ ਗਿਆ। ਤਾਂ ਕੁਛ ਇਦਾਂ ਦੇ ਨਾਮ ਤੁਸੀਂ ਯਾਦ ਰੱਖ ਲਿਓ ਥੋੜ੍ਹਾ ਜਿਹਾ ਦਿਮਾਗ ਦੇ ਵਿੱਚ। ਇਹ ਸਾਰੇ ਕੀ ਕੀਤੇ ਜਾਂਦੇ ਨੇ ਰਾਜੇ, ਕੰਢੀ ਇਲਾਕਿਆਂ ਦੇ ਵਿੱਚ ਲਗਾਏ ਜਾਣ ਵਾਲੇ ਦਰਖਤ ਨੇ। ਤਾਂ ਕਹਿੰਦਾ ਸਰਦੀਆਂ ਦੇ ਵਿੱਚ ਕੀ ਆ, ਕਹਿੰਦਾ ਇਸ ਇਲਾਕੇ ਦੇ ਵਿੱਚ ਕਹਿੰਦਾ ਚਾਰੇ ਦੀ ਘਾਟ ਪਾਈ ਜਾਂਦੀ ਹੈ। ਰਾਈਟ ਹੈ। ਤਾਂ ਇਸ ਕੰਮ ਵਾਸਤੇ ਹੁਣ ਦੇਖੋ, ਜੇ ਚਾਰੇ ਦੀ ਘਾਟ ਆ ਤਾਂ ਆਪਾਂ ਇਦਾਂ ਦੇ ਦਰਖਤ ਲਗਾਵਾਂਗੇ ਜਿਹਦੇ ਤੋਂ ਆਪਾਂ ਨੂੰ ਚਾਰਾ ਵੀ ਮਿਲੇ ਤੇ ਲੱਕੜ ਵੀ ਮਿਲੇ। ਕਹਿੰਦਾ ਇਸ ਕੰਮ ਲਈ ਕਹਿੰਦਾ ਢੱਕ ਹੋ ਗਿਆ, ਛੱਲ ਹੋ ਗਈ, ਬੇਰੀ ਹੋ ਗਈ, ਕਚਨਾਰ ਹੋ ਗਿਆ, ਇਦਾਂ ਦੇ ਪੱਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਟਹਿਣੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਚਾਰੇ ਦੇ ਤੌਰ ਤੇ। ਤਾਂ ਇੱਥੇ ਜਿਹੜੇ ਠੰਡੇ ਇਲਾਕੇ ਹੁੰਦੇ ਰਾਜੇ, ਇੱਥੇ ਫਲਦਾਰ ਬੂਟੇ ਬਹੁਤ ਹੁੰਦੇ ਆ, ਜਿਵੇਂ ਅੰਬ ਹੋ ਗਿਆ, ਨਿੰਬੂ ਹੋ ਗਿਆ, ਠੀਕ ਆ, ਲੀਚੀ ਵਗੈਰਾ ਹੋ ਗਈ। ਤਾਂ ਇਹਨਾਂ ਦੀ ਖੇਤੀ ਵੀ ਕੀਤੀ ਜਾਂਦੀ ਹੈ। ਤਾਂ ਇਸ ਤੋਂ ਇਲਾਵਾ ਕਹਿੰਦਾ ਆਪਣੇ ਬਾਗਾਂ ਨੂੰ ਬਚਾਉਣ ਵਾਸਤੇ ਕਹਿੰਦਾ, ਜਿਵੇਂ ਹੁਣ ਬਾਗ ਕੀ ਹੁੰਦੇ ਆ ਰਾਜੇ, ਬਾਗ ਦੇ ਵਿੱਚ ਜਿਵੇਂ ਆਪਾਂ ਕੋਈ ਫਲਦਾਰ ਦਰਖਤ ਲਗਾਤੇ ਤੇ ਬਾਗ ਦੀ ਬਾਉਂਡਰੀ ਤੇ ਵੀ ਆਪਾਂ ਕੀ ਕਰਾਂਗੇ, ਦਰਖਤ ਲਗਾਵਾਂਗੇ। ਉਹ ਤਾਂ ਕਰਦੇ ਆ ਵੀ ਬਾਗ ਨੂੰ ਬਚਾਉਣ ਵਾਸਤੇ ਕਿ ਬਾਹਰ ਇਦਾਂ ਦੇ ਦਰਖਤ ਲਗਾ ਦਿੰਦੇ ਆ ਕਿ ਕੋਈ ਚੀਜ਼ ਅੰਦਰ ਨਾ ਆ ਸਕੇ, ਜਾਂ ਕੋਈ ਚੀਜ਼ ਜਿਵੇਂ ਕੋਈ ਪਸ਼ੂ ਵਗੈਰਾ ਅਵਾਰਾ ਹੈਗੇ ਆ ਉਹ ਕੁਛ ਬਾਗ ਦੇ ਅੰਦਰ ਜਿਹੜੇ ਫਲਦਾਰ ਬੂਟੇ ਉਹਨਾਂ ਨੂੰ ਖਾਣ ਦੀ ਬਜਾਏ ਜਿਹੜੇ ਬਾਉਂਡਰੀ ਦੇ ਬੂਟੇ ਲੱਗੇ ਹੋਣਗੇ ਉਹਨਾਂ ਨੂੰ ਖਾ ਕੇ ਕੀ ਕਰਨ, ਆਪਣਾ ਪੇਟ ਵਗੈਰਾ ਭਰ ਲੈਣ ਤੇ ਉਹ ਅੰਦਰ ਵੜਨ ਦੀ ਕੋਸ਼ਿਸ਼ ਨਾ ਕਰਨ। ਤਾਂ ਇਹਨਾਂ ਵਾਸਤੇ ਕਹਿੰਦਾ ਜਿਵੇਂ ਆਪਣੇ ਕਿਵੇਂ ਜੈਟਰੋਫਾ ਹੋ ਗਿਆ, ਕਰੌਂਦਾ ਹੋ ਗਿਆ, ਹੈ ਨਾ, ਇਪੋਮੀਆ ਹੋ ਗਿਆ, ਇਦਾਂ ਦੀ ਵਾੜ ਕੀਤੀ ਜਾਂਦੀ ਆ। ਵਾੜ ਹੁੰਦੀ ਆ ਰਾਜੇ ਜਿਵੇਂ ਬਾਉਂਡਰੀ। ਤਾਂ ਪੰਜਾਬੀ ਦੇ ਵਿੱਚ ਠੇਠ ਵਾੜ ਹੈਗਾ, ਪਿੰਡਾਂ ਦੇ ਵਿੱਚ ਵਾੜ। ਤਾਂ ਵਾੜ ਦਾ ਮਤਲਬ ਕੀ, ਆਪਾਂ ਬੰਨਿਆਂ ਤੇ ਕੀ ਕਰਾਂਗੇ, ਦਰਖਤ ਲਗਾ ਦਾਂਗੇ ਤੇ ਅੰਦਰ ਕੀ ਹੋਣਗੇ, ਆਪਣੇ ਫਲਦਾਰ ਰੁੱਖ ਹੋਣਗੇ। ਰਾਈਟ ਹੈ। ਇਹ ਹੋ ਗਿਆ ਭਾਈ ਤੁਹਾਡਾ ਕੰਢੀ ਇਲਾਕਾ, ਠੰਡਾ ਇਲਾਕਾ। ਤਾਂ ਇੰਗਲਿਸ਼ ਦੇ ਵਿੱਚ ਵੀ ਪੜ੍ਹ ਲਿਓ ਰਾਜੇ, ਸਬ ਮਾਊਂਟੇਨਸ ਜ਼ੋਨ ਹੋ ਗਿਆ ਆਪਣਾ, ਠੀਕ ਹੈ, ਇਹਨੂੰ ਪੜ੍ਹ ਲਿਓ ਸਾਰਾ ਇੰਗਲਿਸ਼ ਦੇ ਵਿੱਚ ਵੀ। ਨੈਕਸਟ ਦੇਖਦੇ ਹਾਂ ਸੈਕਿੰਡ ਪਾਰਟ ਕਿਹੜਾ ਰਾਜੇ, ਆਪਣਾ ਕੇਂਦਰੀ ਮੈਦਾਨੀ ਇਲਾਕਾ, ਜਿਹਨੂੰ ਆਪਾਂ ਸੈਂਟਰਲ ਪਲੇਨ ਰੀਜਨ ਕਹਿ ਦਿੰਦੇ ਹਾਂ, ਪਲੇਨ ਰੀਜਨ। ਤਾਂ ਪਲੇਨ ਮਤਲਬ ਕਿ ਸਮਤਲ ਹੈ, ਇਹਦੇ ਵਿੱਚ ਕੀ ਕੋਈ ਆਪਣਾ ਇਦਾਂ ਚੱਕਰ ਨਹੀਂ ਹੈਗਾ ਭੂਮੀ ਖੋਰ ਵਗੈਰਾ ਦਾ।
ਤਾਂ ਜਿਵੇਂ ਹੁਣ ਪੰਜਾਬ ਦੇ ਜ਼ਿਆਦਾਤਰ ਇਲਾਕੇ ਇੱਦਾਂ ਦੇ ਹੀ ਹੁੰਦੇ ਆ ਰਾਜੇ, ਸਮਤਲ ਹੁੰਦੇ ਆ। ਇੱਥੇ ਆਪਾਂ ਕੀ ਹੋ ਸਕਦਾ ਹੈ, ਪੋਪੂਲਰ ਹੋ ਸਕਦਾ ਹੈ, ਸਫੈਦਾ ਹੋ ਗਿਆ, ਡੇਕ ਹੋ ਗਿਆ। ਤਾਂ ਤੁਸੀਂ ਆਮ ਦੇਖਦੇ ਹੋਵੋਗੇ ਰਾਜੇ ਸਫੈਦੇ ਵਗੈਰੇ ਤਾਂ ਪੰਜਾਬ ਦੇ ਵਿੱਚ ਬਹੁਤ ਹੁੰਦੇ ਆ। ਮਾਲਵੇ ਇਲਾਕੇ ਦੇ ਵਿੱਚ ਸਫੈਦੇ ਬਹੁਤ ਆ, ਕਿਉਂਕਿ ਉੱਥੇ ਭੂਮੀ ਕੀ ਹੈ, ਇੱਕ ਤਾਂ ਰੇਤਲੀ ਹੈ, ਦੂਜਾ ਕੀ ਹੈ, ਸਮਤਲ ਹੈ। ਡੇਕ ਹੋ ਗਈ ਰਾਜੇ, ਸਫੈਦਾ ਹੋ ਗਿਆ, ਨਿੰਮ ਵਗੈਰਾ ਵੀ ਆਪਾਂ ਇੱਥੇ ਕਾਸ਼ਤ ਕਰ ਸਕਦੇ ਹਾਂ। ਇਹਨੂੰ ਆਪਾਂ ਕਹਿ ਦਿੰਦੇ ਹਾਂ ਰਾਜੇ ਸੈਂਟਰਲ ਪਲੇਨ ਰੀਜਨ। ਅੱਗੇ ਹੈਗਾ ਰਾਜੇ ਦੱਖਣੀ ਪੱਛਮੀ ਜ਼ੋਨ, ਜਿਹਨੂੰ ਆਪਾਂ ਸਾਊਥ ਵੈਸਟਰਨ ਰੀਜਨ ਕਹਿ ਦਿੰਦੇ ਹਾਂ। ਹੁਣ ਇਹ ਇਦਾਂ ਦਾ ਰੀਜਨ ਆ ਜਿਹਦੇ ਵਿੱਚ ਧਰਤੀ ਦਾ ਜਿਹੜਾ ਹੇਠਲਾ ਪਾਣੀ ਆ ਰਾਜੇ, ਉਹ ਮਿੱਠਾ ਨਹੀਂ ਹੁੰਦਾ, ਖਾਰਾ ਹੁੰਦਾ ਹੈ। ਖਾਰਾ ਮਤਲਬ ਕਿ ਉਹਦੇ ਵਿੱਚ ਨਮਕ ਵਗੈਰਾ, ਲੂਣ ਵਗੈਰਾ ਹੁੰਦਾ ਜ਼ਿਆਦਾ। ਤੇ ਇਸ ਇਲਾਕੇ ਦੀ ਜਿਹੜੀ ਮਿੱਟੀ ਹੁੰਦੀ ਹੈ, ਉਹਦੀ ਉੱਪਰਲੀ ਤਹਿ ਵੀ ਕੀ ਹੁੰਦੀ ਆ, ਖਾਰੇਪਨ ਦੇ ਵਿੱਚ ਹੁੰਦੀ ਹੈ। ਤਾਂ ਇੱਥੇ ਕੀ ਹੋਣਗੇ ਰਾਜੇ, ਜਿਵੇਂ ਘੱਟ, ਜਿਹਦੇ ਵਿੱਚ ਘੱਟ ਪਾਣੀ ਸੋਖਦੇ ਆ ਦਰਖਤ, ਜਿਵੇਂ ਕਿੱਕਰ ਹੋ ਗਈ, ਟਾਹਲੀ ਹੋ ਗਈ, ਨਿੰਮ ਹੋ ਗਈ, ਜਾਮਣਾ ਹੋ ਗਈਆਂ, ਤੂਤ ਹੋ ਗਏ, ਇੱਦਾਂ ਦੇ ਦਰਖਤ ਕੀ ਕੀਤੇ ਜਾਂਦੇ ਨੇ, ਲਗਾਏ ਜਾਂਦੇ ਨੇ। ਆਈ ਹੋਪ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਗਿਆ ਹੋਊਗਾ ਰਾਜੇ। ਬਿਲਕੁਲ ਸਿੰਪਲ ਟੌਪਿਕ ਸੀਗਾ, 3 ਭਾਗਾਂ 'ਚ ਵੰਡਿਆ ਗਿਆ। ਤਿੰਨੇ ਭਾਗ ਤੁਹਾਨੂੰ ਮੈਂ ਕਰਵਾਤੇ, ਤੇ ਤਿੰਨੇ ਭਾਗ ਦੇ ਵਿੱਚ ਕਿਹੜੇ ਕਿਹੜੇ ਦਰਖਤ ਲਗਾਏ ਜਾਂਦੇ ਆ ਮੈਂ ਤੁਹਾਨੂੰ ਇਹ ਵੀ ਕਰਵਾਤੇ। ਹੁਣ ਗੱਲ ਕਰਦੇ ਹਾਂ ਆਪਾਂ ਆਪਣੀ ਕਮਰਸ਼ੀਅਲ ਜਿਹੜੀ ਆਪਣੀ ਫੋਰੈਸਟਰੀ ਕੀਤੀ ਜਾਂਦੀ ਹੈ, ਹੈ ਨਾ। ਕਮਰਸ਼ੀਅਲ ਕਿਹੜੀ ਹੁੰਦੀ ਹੈ, ਜਿਹਦੇ ਵਿੱਚ ਆਪਾਂ ਕੀ ਕਰਦੇ ਹਾਂ, ਕੋਈ ਆਮਦਨ ਦੇ ਤੌਰ 'ਤੇ, ਮੁੱਖ ਤੌਰ 'ਤੇ ਆਪਾਂ ਆਮਦਨ ਦੇ ਵਾਸਤੇ ਲਗਾਉਣੇ ਆ। ਤਾਂ ਹੁਣ ਆਪਾਂ ਇਹਨੂੰ ਪੜ੍ਹਦੇ ਹਾਂ ਰਾਜੇ ਪੰਜਾਬੀ ਦੇ ਵਿੱਚ ਬਹੁਤ ਵਧੀਆ ਢੰਗ ਦੇ ਨਾਲ। ਵਪਾਰਕ ਵਣ ਖੇਤੀ, ਇੱਥੋਂ ਕੁਐਸਚਨ ਜ਼ਰੂਰ ਪੁੱਛਿਆ ਜਾ ਸਕਦਾ। ਜਦੋਂ ਆਪਾਂ ਵਪਾਰਕ ਦੀ ਗੱਲ ਕਰਾਂਗੇ ਤਾਂ ਆਪਾਂ ਇੱਦਾਂ ਦੀ ਦਰਖਤ ਦੀ ਚੋਣ ਕਰਾਂਗੇ ਜਿਹਦੇ ਤੋਂ ਆਪਾਂ ਨੂੰ ਕਮਾਈ ਚੰਗੀ ਹੋਵੇ। ਤਾਂ ਹੁਣ 2 ਤਰ੍ਹਾਂ ਦੇ ਦਰਖਤ ਹੁੰਦੇ ਰਾਜੇ, ਇੱਕ ਤਾਂ ਪੋਪੂਲਰ ਹੋ ਗਿਆ, ਇੱਕ ਸਫੇਦਾ ਹੋ ਗਿਆ। ਦੋਨੇ ਹੀ ਦਰਖਤ ਲਗਾਏ ਜਾਂਦੇ ਜਿਹਦੇ ਵਿੱਚ ਕੀ ਆ, ਮਿਹਨਤ ਘੱਟ ਹੈ ਲੇਕਿਨ ਆਮਦਨ ਕੀ ਹੈ, ਵੱਧ ਹੈ। ਹੁਣ ਆਪਾਂ ਦੇਖਦੇ ਹਾਂ, ਕਹਿੰਦਾ ਪੰਜਾਬ ਦੇ ਵਿੱਚ ਵਪਾਰਕ ਪੱਧਰ ਤੇ ਕਹਿੰਦਾ ਮੁੱਖ ਤੌਰ ਤੇ ਪੋਪੂਲਰ ਹੋ ਗਿਆ, ਸਫੇਦੇ ਦੀ ਕਾਸ਼ਤ ਕੀਤੀ ਜਾਂਦੀ ਹੈ। ਇਹ ਦੋਨੇ ਦਰਖਤ ਕੀ ਆ ਰਾਜੇ, ਇੱਕ ਤਾਂ ਟਾਈਮ ਘੱਟ ਲੈਂਦੇ ਨੇ, ਜਲਦੀ ਵੱਧ ਜਾਂਦੇ ਨੇ, ਤੇ ਦੂਜਾ ਕੀ ਹੈ, ਜਿਹੜੀ ਇਹਨਾਂ ਦੇ ਨਾਲ ਫਸਲ ਹੁੰਦੀ ਹੈ ਉਹਨੂੰ ਨੁਕਸਾਨ ਘੱਟ ਦਿੰਦੇ ਆ, ਕਿਉਂਕਿ ਦੋਨਾਂ ਦੀ ਹਾਈਟ ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ, ਤੇ ਦੋਨਾਂ ਦੀ ਛਤਰੀ ਕੀ ਹੁੰਦੀ ਹੈ, ਜਿਨ੍ਹਾਂ ਦੀ ਸ਼ੈਡੋ ਕੀ ਹੁੰਦੀ ਹੈ, ਘੱਟ ਹੁੰਦੀ ਹੈ। ਤਾਂ ਰਾਈਟ ਹੈ। ਹੁਣ ਆਪਾਂ ਦੇਖਦੇ ਹਾਂ ਰਾਜੇ ਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਪੋਪੂਲਰ। ਤੇ ਆਪਾਂ ਅਗਰ ਗੱਲ ਕਰੀਏ ਰਾਜੇ ਵਪਾਰਕ ਵਣ ਖੇਤੀ ਦੀ, ਇਹਦੇ ਵਿੱਚ ਕਹਿੰਦਾ ਮੰਡੀਕਰਨ ਦੀ ਕੋਈ ਮੁਸ਼ਕਲ ਨਹੀਂ ਆਉਂਦੀ, ਇਹਨੂੰ ਵੇਚਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ। ਤੇ ਜਿਹੜੀ ਆਪਾਂ ਟ੍ਰੈਡੀਸ਼ਨਲ ਖੇਤੀ ਕਰਦੇ ਹਾਂ, ਰਵਾਇਤੀ ਖੇਤੀ ਕਰਦੇ, ਉਹਦੇ ਨਾਲੋਂ ਇਹਦੇ ਵਿੱਚ ਆਮਦਨ ਵੀ ਕੀ ਹੈ, ਵੱਧ ਹੈ, ਪੈਸਾ ਵਗੈਰਾ ਵੀ ਕੀ ਹੈ, ਵੱਧ ਹੈ। ਤਾਂ ਗੱਲ ਕਰਦੇ ਹਾਂ ਰਾਜੇ ਪੋਪੂਲਰ ਦੀ। ਪੋਪੂਲਰ ਤੁਹਾਨੂੰ ਪਤਾ ਹੀ ਹੈ ਰਾਜੇ, ਜਿਹਦੇ ਤੋਂ ਮਾਚਿਸ ਦੀਆਂ ਸਿੱਖਾਂ ਬਣਦੀਆਂ ਨੇ, ਹੈ ਨਾ, ਤੀਲੀਆਂ ਬਣਦੀਆਂ ਨੇ, ਜਾਂ ਫਿਰ ਪੈਕਿੰਗ ਵਾਲੇ ਡੱਬੇ ਵੀ ਬਣਦੇ ਆ। ਤਾਂ ਪਲਾਈ ਵੀ ਬਣਦੀ ਹੈ ਰਾਜੇ, ਠੀਕ ਆ, ਵੁਡਨ ਪਲਾਈ ਜਿਹੜੀ ਆਪਣੀ ਹੁੰਦੀ ਹੈ। ਤਾਂ ਰਾਜੇ ਇਹਦੇ ਵਿੱਚ ਕਹਿੰਦਾ ਵੇਖੀ, ਛੋਟੇ ਪੱਧਰ ਦੀ ਲੱਕੜ ਜਿਵੇਂ ਹੋ ਗਈ, ਕਹਿੰਦਾ ਪਲਾਈ ਹੋ ਗਈ, ਮਾਚਿਸ ਦੀਆਂ ਤੀਲਾਂ ਹੋ ਗਈਆਂ। ਮਾਚਿਸ ਦੀਆਂ ਤੀਲਾਂ ਯਾਦ ਰੱਖਣੀਆਂ, ਬਹੁਤ ਵਾਰ ਪੁੱਛਿਆ ਜਾਂਦਾ ਕਿਸ ਤੋਂ ਬਣਦੀਆਂ। ਤਾਂ ਆਪਣੇ ਪੈਕਿੰਗ ਵਾਲੇ ਡੱਬੇ ਹੋ ਗਏ ਰਾਜੇ, ਸਾਰੇ ਕਿੱਥੋਂ ਬਣਦੇ ਨੇ, ਆਪਣੀ ਜਿਹੜੀ ਵਪਾਰਕ ਵਣ ਖੇਤੀ ਆ ਪੋਪੂਲਰ ਦੀ ਕੀਤੀ ਜਾਂਦੀ ਹੈ। ਤਾਂ ਇਸ ਦਾ ਕਹਿੰਦਾ ਤਣਾ ਜਿਹੜਾ ਹੁੰਦਾ ਸਿੱਧਾ ਹੁੰਦਾ, ਤਣਾ ਦਾ ਫੈਲਾਅ ਵੀ ਘੱਟ ਹੁੰਦਾ, ਤੁਹਾਨੂੰ ਮੈਂ ਦੱਸ ਕੇ ਹਟਿਆ, ਮਤਲਬ ਕਿ ਇਹ ਛਾਂ ਵੀ ਘੱਟ ਕਰਦਾ, ਤੇ ਇਹਦੀ ਹਾਈਟ ਵੀ ਕੀ ਹੁੰਦੀ ਆ, ਵੱਧ ਹੁੰਦੀ ਹੈ। ਤੇ ਸਰਦੀਆਂ ਦੇ ਵਿੱਚ ਇਹਦੇ ਪੱਤੇ ਕੀ ਹੈ, ਜਲਦੀ ਝੜ ਜਾਂਦੇ ਨੇ। ਤੇ ਜਿਹੜੀ ਇਹਦੇ ਨਾਲ ਫਸਲ ਆਪਾਂ ਉਗਾਉਣੇ ਆ, ਚਾਹੇ ਉਹ ਕਣਕ ਹੈ, ਚਾਹੇ ਉਹ ਸਰੋਂ ਹੈ, ਚਾਹੇ ਉਹ ਕੁਛ ਵੀ ਹੈ, ਉਹਦੇ ਉੱਪਰ ਇਹਦਾ ਨੁਕਸਾਨ ਕੀ ਹੁੰਦਾ, ਬਹੁਤ ਘੱਟ ਹੁੰਦਾ। ਤੇ ਕਹਿੰਦਾ ਜਿਹੜੇ ਪੋਪੂਲਰ ਬੇਟ ਹੁੰਦੇ ਆ, ਕਹਿੰਦਾ ਜਿਹੜੇ ਪੋਪੂਲਰ ਹੁੰਦੇ ਆ, ਕਹਿੰਦਾ ਬੇਟ ਦੇ ਇਲਾਕਿਆਂ ਦੇ ਵਿੱਚ ਬਹੁਤ ਕਾਮਯਾਬ ਨੇ, ਕਿਉਂਕਿ ਠੀਕ ਹੈ ਇੱਥੇ ਕਾਮਯਾਬ ਜ਼ਿਆਦਾ ਹੁੰਦੇ ਆ। ਤਾਂ ਆਪਾਂ ਦੇਖੋ ਇਹ ਜ਼ਿਆਦਾ ਯਾਦ ਰੱਖਣ ਦੀ ਜ਼ਰੂਰਤ ਨਹੀਂ, ਬਸ ਯਾਦ ਕੀ ਰੱਖਣਾ ਵੀ ਇਹਨਾਂ ਤੋਂ ਕੀ ਬਣਦਾ ਹੈ ਤੇ ਕਿੱਥੇ ਇਹਨਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਹੁਣ ਗੱਲ ਕਰਦੇ ਹਾਂ ਰਾਜੇ, ਇਹ ਪੜ੍ਹ ਲਿਓ, ਤੁਹਾਡੀ ਨੌਲੇਜ ਵਾਸਤੇ ਆ। ਕਹਿੰਦਾ ਵੀ ਕਿਹੜੀ ਜ਼ਮੀਨ ਦੇ ਵਿੱਚ ਵੱਧ ਹੁੰਦੇ ਆ, ਕਹਿੰਦਾ ਜਿਵੇਂ ਰੇਤਲੀ, ਮਹਿਰਾ, ਉਪਜਾਊ ਜ਼ਮੀਨ, ਜਿਹਦਾ ਪੀਐਚ ਵੈਲਿਊ ਕਹਿੰਦਾ 6.5 ਤੋਂ 8 ਹੋਵੇ, ਉੱਥੇ ਪੋਪੂਲਰ ਦੀ ਖੇਤੀ ਕੀ ਹੁੰਦੀ ਹੈ, ਬਹੁਤ ਢੁਕਵੀਂ ਹੁੰਦੀ ਹੈ। ਜੇ ਆਪਾਂ ਗੱਲ ਕਰੀਏ ਕਲਰ ਹੋ ਗਿਆ, ਸੇਮ ਹੋ ਗਿਆ, ਤਾਂ ਉੱਥੇ ਕਾਮਯਾਬ ਨਹੀਂ। ਤਾਂ ਰਾਜੇ ਸੇਮ ਦੇ ਵਿੱਚ ਤਾਂ ਕੋਈ ਵੀ ਫਸਲ ਕਾਮਯਾਬ ਨਹੀਂ ਹੁੰਦੀ, ਕਿਉਂਕਿ ਜਿਹੜੇ ਸੇਮ ਹੁੰਦੀ ਹੈ ਉੱਥੇ ਪਾਣੀ ਜੀਰਦਾ ਨਹੀਂ। ਜੇ ਪਾਣੀ ਦੇ ਵਿੱਚ ਆਪਾਂ ਕੋਈ ਵੀ ਚੀਜ਼ ਲਗਾਵਾਂਗੇ, ਉਹ ਥੋੜ੍ਹੀ ਦੇਰ ਬਾਅਦ ਕੀ ਹੋ ਜਾਊਗੀ, ਗਲ ਸੜ ਜਾਊਗੀ। ਤਾਂ ਅਗਰ ਆਪਾਂ ਗੱਲ ਕਰੀਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇਹਦੀ ਜਿਹੜੀ ਕਿਸਮਾਂ ਹੈਗੀਆਂ ਰਾਜੇ, PL 1 2 3 4 5 6 7, ਜਾਂ ਫਿਰ L47/88 ਤੇ 48/89, ਇਹ ਕੀ ਨੇ, ਇਹਦੀਆਂ ਮੇਨ ਕਿਸਮਾਂ ਨੇ ਕਿਹਦੀਆਂ, ਆਪਣੀਆਂ ਪੋਪੂਲਰ ਦੀਆਂ। ਤਾਂ ਰਾਈਟ, ਇਹਨੂੰ ਪੜ੍ਹ ਲਿਓ ਰਾਜੇ। ਆ ਤੁਹਾਡੇ ਸਾਹਮਣੇ ਆ ਪੋਪੂਲਰ, ਇਹਦੇ ਨਾਲ ਹੀ ਕੀ ਆਪਾਂ ਕਣਕ ਵਗੈਰਾ ਲਗਾਈ ਹੋਈ ਆ। ਬਲੈਕ ਐਂਡ ਵਾਈਟ ਫੋਟੋ ਆ, ਤੁਹਾਨੂੰ ਮੈਂ ਅੱਗੇ ਦੂਜੀ ਫੋਟੋ ਦਿਖਾ ਦਿੰਦਾ। ਇਸ ਤੋਂ ਬਾਅਦ ਇਹਦਾ ਢੰਗ ਹੈਗਾ, ਮੈਥਡ ਹੈਗਾ ਰਾਜੇ, ਇਹ ਪੁੱਛਿਆ ਤਾਂ ਨਹੀਂ ਜਾਊਗਾ, ਪਰ ਆਪਾਂ ਇਹ ਹੈ ਵੀ ਪੇਪਰ ਵਾਸਤੇ ਆਪਾਂ ਕੁਝ ਵੀ ਛੱਡ ਕੇ ਨਹੀਂ ਜਾਣਾ। ਤਾਂ ਆਪਾਂ ਇੱਕ ਵਾਰੀ ਇਹਨੂੰ ਪੜ੍ਹ ਲੈਂਦੇ ਹਾਂ, ਇੱਕ ਵਾਰੀ ਪੜ੍ਹਨ ਦੇ ਨਾਲ ਹੀ ਆਪਣੇ ਦਿਮਾਗ 'ਚ ਬੈਠ ਜਾਊਗਾ। ਕਹਿੰਦਾ ਪੋਪੂਲਰ ਦੇ ਬੂਟੇ ਲਗਾਉਣ ਲਈ ਕਹਿੰਦਾ 15 ਤੋਂ 20 ਸੈਂਟੀਮੀਟਰ ਦਾ ਵਿਆਸ ਰੱਖਣਾ ਪੈਂਦਾ, ਤੇ 3 ਫੁੱਟ ਡੂੰਘੇ ਟੋਏ ਦੀ ਤਿਆਰੀ ਕਰਨੀ ਪੈਂਦੀ। ਵਿਆਸ ਹੁੰਦਾ ਰਾਜੇ ਉਹਦਾ, ਜਿਵੇਂ ਸਰਕਮਫਰੈਂਸ ਕਿੰਨਾ ਰੱਖਣਾ ਪੈਂਦਾ, 15 ਤੋਂ 20 ਸੈਂਟੀਮੀਟਰ, ਤੇ 3 ਫੁੱਟ ਡੂੰਘਾ ਲਗਾਉਣ ਵਾਸਤੇ। ਕਿਹਨੂੰ, ਪੋਪੂਲਰ ਨੂੰ। ਕਹਿੰਦਾ ਇਹਦਾ ਲਗਾਉਣ ਦਾ ਢੁਕਵਾਂ ਟਾਈਮ ਕਿਹੜਾ, ਜਨਵਰੀ ਫਰਵਰੀ ਦਾ ਮਹੀਨਾ ਉਹਦੇ ਵਿੱਚ ਲਗਾਇਆ ਜਾਂਦਾ, ਕਿਉਂਕਿ ਉਸ ਮਹੀਨੇ ਦੇ ਵਿੱਚ ਕੀ ਆ, ਕਹਿੰਦਾ ਇਹਨੂੰ ਸਿਉਂਕ ਵਗੈਰਾ ਘੱਟ ਪੈਂਦੀ ਹੈ।
ਉਹਦੇ ਵਿੱਚ ਆਪਾਂ ਕੀ ਕਰਦੇ ਹਾਂ ਰਾਜੇ, ਕਲੋਰੋਪਾਇਰਸੀਫਾਈਸ ਅਤੇ ਐਮੀਸਾਨ 6 ਦੀ ਵਰਤੋਂ ਕਰਦੇ ਹਾਂ। ਚਲੋ ਇਹ ਯਾਦ ਰੱਖਣ ਦੀ ਜ਼ਰੂਰਤ ਨਹੀਂ, ਇੰਨਾ ਨਹੀਂ ਡੀਪਲੀ ਪੁੱਛਿਆ ਜਾਊਗਾ। ਤਾਂ ਪੋਪੂਲਰ ਦੀ ਖੇਤੀ ਆਪਾਂ ਕਿੱਥੇ ਕਰਦੇ ਹਾਂ ਰਾਜੇ, ਬੰਨਿਆਂ 'ਤੇ ਕਰਦੇ ਹਾਂ, ਜਿਹੜੀ ਆਪਾਂ ਫਸਟ ਟਾਈਪ ਦੀ ਐਗਰੋ ਫੋਰੈਸਟਰੀ ਪੜ੍ਹੀ ਸੀਗੀ। ਤੇ ਫਾਸਲਾ ਕੀ ਹੁੰਦਾ ਰਾਜੇ, ਮੰਨ ਲਓ ਇੱਕ ਦਰਖਤ ਇਹ ਲਾਤਾ 3 ਮੀਟਰ ਦੇ ਫਾਸਲੇ ਤੇ ਆਪਾਂ ਲਗਾ ਸਕਦੇ ਹਾਂ, ਘੱਟ ਵੱਧ ਵੀ ਕਰ ਸਕਦੇ ਹਾਂ, ਉਹ ਡਿਪੈਂਡ ਕਰਦਾ ਆਪਣੀ ਮਤਲਬ ਕਿ ਲੋੜ ਦੇ ਮੁਤਾਬਕ। ਤਾਂ ਠੀਕ ਆ ਰਾਜੇ, ਇਹ ਸਾਰਾ ਇਹਦੀ ਕਾਂਟ ਛਾਂਟ ਦਾ ਮਤਲਬ ਹੁੰਦਾ ਕਿ ਕੁਛ ਦੇਰ ਬਾਅਦ ਆਪਾਂ ਇਹਦੀ ਟਾਹਣੀਆਂ ਨੂੰ ਕੀ ਕਰ ਲੈਂਦੇ ਹਾਂ, ਕੱਟ ਲੈਂਦੇ ਹਾਂ ਤੇ ਅੱਗੇ ਵੇਚ ਦਿੰਦੇ ਹਾਂ, ਫਿਰ ਟਾਹਣੀਆਂ ਨਵੀਆਂ ਆ ਜਾਂਦੀਆਂ। ਤਾਂ ਰਾਈਟ ਆ, ਕਹਿੰਦਾ ਪੋਪੂਲਰ ਦੇ ਦਰਖਤ ਕਹਿੰਦਾ 5 ਤੋਂ 7 ਸਾਲਾਂ ਦੇ ਵਿੱਚ ਤਿਆਰ ਹੋ ਜਾਂਦੇ ਆ, ਤਾਂ ਕਾਫੀ ਟਾਈਮ ਲੈਂਦੀ ਆ ਇਹ ਖੇਤੀ। ਤਾਂ ਅੱਗੇ ਜਾ ਕੇ ਤੁਹਾਨੂੰ ਕੁਐਸਚਨ ਵੀ ਆਊਗਾ ਵੀ ਕਿਹੜੀ ਖੇਤੀ ਜਿਹੜੀ 1 ਸਾਲ ਤੋਂ ਵੱਧ ਟਾਈਮ ਲੈਂਦੀ ਹੈ ਤਿਆਰ ਹੋਣ ਵਾਸਤੇ, ਤਾਂ ਉਹ ਹੈਗੀ ਭਾਈ ਤੁਹਾਡੀ ਐਗਰੋ ਫੋਰੈਸਟਰੀ। ਇਹਦੇ ਵਿੱਚ 1 ਸਾਲ ਤੋਂ ਵੱਧ ਸਮਾਂ ਲੱਗਦਾ, ਕੋਈ ਵੀ ਫਸਲ ਲਾਉਣੇ ਆਪਾਂ ਉਹਨੂੰ ਤਿਆਰ ਹੋਣ ਵਾਸਤੇ ਘੱਟੋ ਘੱਟ 1 ਸਾਲ ਤੋਂ ਵੱਧ ਦਾ ਟਾਈਮ ਹੀ ਲੱਗੂਗਾ। ਤੇ ਟ੍ਰੈਡੀਸ਼ਨਲ ਖੇਤੀ ਦੀ ਗੱਲ ਕਰੀਏ ਉੱਥੇ 6 ਮਹੀਨੇ ਦੇ ਵਿੱਚ ਆਪਣੀ ਫਸਲ ਤਿਆਰ ਹੋ ਜਾਂਦੀ ਹੈ। ਨੈਕਸਟ ਗੱਲ ਕਰਦੇ ਹਾਂ ਰਾਜੇ, ਇੰਗਲਿਸ਼ ਦੇ ਵਿੱਚ ਤੁਸੀਂ ਪੜ੍ਹ ਲਿਓ ਸਾਰਾ ਕੁਛ, ਮੈਂ ਜੋ ਪੰਜਾਬੀ 'ਚ ਬੋਲ ਕੇ ਆਇਆ ਉਹੀ ਨੈਕਸਟ ਤੁਹਾਨੂੰ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਹੈ। ਤਾਂ ਹੁਣ ਆਪਾਂ ਦੇਖਦੇ ਹਾਂ ਸੈਕਿੰਡ ਆਪਣਾ ਹੈਗਾ ਰਾਜ ਭਾਈ ਸਫੈਦਾ। ਸਫੈਦਾ ਕੀ ਆ ਰਾਜੇ, ਇਹ ਜਿਵੇਂ ਪੋਪੂਲਰ ਦੀ ਖੇਤੀ ਕਰਦੇ ਹਾਂ ਕਮਰਸ਼ੀਅਲ ਵਾਸਤੇ, ਉਵੇਂ ਆਪਾਂ ਸਫੇਦੇ ਦੀ ਕਰਦੇ ਹਾਂ। ਤਾਂ ਸਫੇਦੇ ਕਹਿੰਦਾ ਖੇਤੀ ਦੇ ਵਿੱਚ ਆਪਾਂ ਕਲਮਾਂ ਤੋਂ ਤਿਆਰ ਕੀਤੇ ਜਾਂਦੇ ਆ। ਕਲਮ ਹੁੰਦੀ ਹੈ ਰਾਜੇ, ਮੰਨ ਲਓ ਆਪਾਂ ਕੱਟ ਕੇ ਆ ਕਲਮ ਤਿਆਰ ਕਰਕੇ ਲਗਾ ਦਿੰਦੇ ਹਾਂ, ਇੱਥੋਂ ਕੀ ਆ ਹੌਲੀ ਹੌਲੀ ਫੁੱਟ ਜਾਂਦੀ ਹੈ ਕਲਮ, ਤੇ ਫੁੱਟ ਕੇ ਕੀ ਬਣ ਜਾਂਦੀ ਹੈ, ਹੌਲੀ ਹੌਲੀ ਦਰਖਤ ਬਣਨਾ ਸਟਾਰਟ ਹੋ ਜਾਂਦੀ ਹੈ। ਤਾਂ ਇਸ ਤੋਂ ਬਾਅਦ ਕਹਿੰਦਾ ਇਹਦਾ ਵੀ ਰਾਜੇ ਤੇਜ਼ੀ ਨਾਲ ਵਾਧਾ ਹੁੰਦਾ, ਤਣਾ ਕੀ ਹੁੰਦਾ ਸਿੱਧਾ ਹੁੰਦਾ, ਤੇ ਟਾਹਣੀਆਂ ਜ਼ਿਆਦਾ ਝੜ ਜਾਂਦੀਆਂ ਨੇ, ਤੇ ਲੱਕੜ ਵਾਸਤੇ ਬਹੁਤ ਵਰਤਿਆ ਜਾਂਦਾ ਰਾਜੇ ਸਫੈਦਾ। ਤਾਂ ਸਫੈਦਾ ਤੁਹਾਡਾ ਬਹੁਤ ਗੁਣਕਾਰੀ ਹੈ, ਇਹਦੀ ਲੱਕੜ ਬਹੁਤ ਵਧੀਆ ਹੁੰਦੀ ਹੈ ਤੇ ਬਹੁਤ ਨਿੱਗਰ ਹੁੰਦੀ ਹੈ, ਮਤਲਬ ਕਿ ਬਹੁਤ ਸਟਰੋਂਗ ਹੁੰਦੀ ਹੈ। ਇਸ ਤੋਂ ਇਲਾਵਾ ਰਾਜੇ ਖੇਤ ਦੇ ਬੰਨਿਆਂ 'ਤੇ ਵੀ ਲਗਾਇਆ ਜਾ ਸਕਦਾ ਤੇ ਪੂਰੇ ਖੇਤ ਦੇ ਵਿੱਚ ਵੀ ਲਗਾਉਣੇ ਆ, ਮਤਲਬ ਕਿ ਦੋਨੇ ਤਰ੍ਹਾਂ ਦੀ ਐਗਰੋ ਫੋਰੈਸਟਰੀ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਰਾਜੇ, ਮਾਰਚ ਅਪ੍ਰੈਲ ਜਾਂ ਕਹਿੰਦਾ ਜੁਲਾਈ ਅਗਸਤ ਦੇ ਵਿੱਚ ਬੂਟਾ ਲਗਾਉਣ ਲਈ ਕਹਿੰਦਾ 6 ਸੈਂਟੀਮੀਟਰ ਦੇ ਟੋਏ ਪੁੱਟ ਕੇ ਉਹਨਾਂ ਨੂੰ 30 ਸੈਂਟੀਮੀਟਰ ਤੱਕ ਦੁਬਾਰਾ ਭਰ ਦਿਓ। ਤਾਂ ਇਹ ਇਹਦਾ ਮਤਲਬ ਕਿ ਢੰਗ ਹੈ, ਮੈਥਡ ਹੈ ਇਹਨੂੰ ਲਗਾਉਣ ਵਾਸਤੇ, ਠੀਕ ਹੈ ਜੀ। ਤਾਂ ਇਹ ਚਲੋ ਇੱਕ ਵਾਰੀ ਪੜ੍ਹ ਲਿਓ, ਲੇਕਿਨ ਪੇਪਰ 'ਚ ਨਹੀਂ ਪੁੱਛਿਆ ਜਾਊਗਾ। ਤਾਂ ਇਸ ਤੋਂ ਬਾਅਦ ਕਹਿੰਦਾ ਜੇ ਬੰਨਿਆਂ 'ਤੇ ਲਗਾਉਣੇ ਆ ਤਾਂ ਰਾਜੇ ਕਿੰਨੇ ਮੀਟਰ ਦਾ ਫਾਸਲਾ ਰੱਖਣਾ, 2 ਮੀਟਰ ਦਾ ਫਾਸਲਾ ਹੋਣਾ ਜ਼ਰੂਰੀ ਹੈ। ਤਾਂ ਇਹ ਪੜ੍ਹ ਲਿਓ। ਇਸ ਤੋਂ ਬਾਅਦ ਕਹਿੰਦਾ ਵੀ 3-4 ਸਾਲ ਬਾਅਦ ਕਹਿੰਦਾ ਵੀ ਇਹਦੀ ਕਟਾਈ ਹੋ ਜਾਂਦੀ ਹੈ ਕਿਹਦੀ, ਸਫੈਦੇ ਦੀ ਆਪਣੀ। ਤੇ ਜਿਵੇਂ ਇਮਾਰਤੀ ਲੱਕੜ ਪੈਦਾ ਕਰਨ ਵਾਸਤੇ, ਜਿਵੇਂ ਤੁਹਾਡੇ ਜਿਵੇਂ ਆਹ ਦਰਵਾਜ਼ੇ ਵਗੈਰਾ ਬਣਦੇ ਆ ਰਾਜੇ, ਜਾਂ ਕੁਛ ਵੀ ਇਹ ਤੋਂ ਬਣਾਇਆ ਜਾ ਸਕਦਾ ਹੈ, ਠੀਕ ਹੈ ਜੀ। ਤਾਂ ਆਈ ਹੋਪ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਗਿਆ ਹੋਊਗਾ, ਬਹੁਤ ਵਧੀਆ ਢੰਗ ਦੇ ਨਾਲ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਭਾਈ ਸਫੈਦੇ ਬਾਰੇ, ਇਹ ਵੀ ਤੁਸੀਂ ਪੜ੍ਹ ਲਿਓ ਜਿਨ੍ਹਾਂ ਦਾ ਮੀਡੀਅਮ ਇੰਗਲਿਸ਼ ਹੈ। ਲਾਸਟ ਦੇ ਵਿੱਚ ਚੱਲਦੇ ਹੁਣ ਇਸ ਕੁਐਸਚਨ ਦਾ ਆਨਸਰ ਤੁਸੀਂ ਦੇਣਾ, ਕਿਉਂਕਿ ਤੁਹਾਨੂੰ ਮੈਂ ਸਾਰੀ ਥਿਊਰੀ ਕਰਵਾਤੀ ਐਗਰੋ ਫੋਰੈਸਟਰੀ ਦੀ। ਕਹਿੰਦਾ ਵੀ ਥੱਲੇ ਜਿਹੜੀ ਸਟੇਟਮੈਂਟਾਂ ਹੈਗੀਆਂ ਕਿਹੜੀਆਂ ਕਿਹੜੀਆਂ ਟਰੂ ਨੇ, ਕਹਿੰਦਾ ਵੀ ਇਹ ਪੜ੍ਹ ਲਿਓ ਤੁਸੀਂ, ਇਹ ਸਾਰੀਆਂ ਸਟੇਟਮੈਂਟਾਂ ਤੁਸੀਂ ਪੜ੍ਹ ਕੇ ਮੈਨੂੰ ਆਨਸਰ ਦੇਣਾ। ਜੇ ਸਾਰੀਆਂ ਠੀਕ ਲੱਗੀਆਂ ਤਾਂ ਆਨਸਰ ਤੁਸੀਂ ਡੀ ਦੇ ਸਕਦੇ ਹੋ, ਜੇ ਕੋਈ ਸਿੰਗਲ ਹੋਈ ਤਾਂ ABC ਦੇ ਵਿੱਚੋਂ ਕੋਈ ਸਿੰਗਲ ਵੀ ਹੋਊਗੀ। ਤੇ ਕਦੇ ਇਹ ਦਿਮਾਗ 'ਚ ਨਾ ਲੈ ਕੇ ਆਇਆ ਕਰੋ ਵੀ ਜੇ ਆਲ ਆਫ ਦਾ ਅਬਵ ਆ ਤਾਂ ਆਨਸਰ ਆਪਣਾ ਆਲ ਆਫ ਦੀ ਅਬਵ ਹੀ ਆਊਗਾ। ਸਾਰੀਆਂ ਸਟੇਟਮੈਂਟਾਂ ਪੜ੍ਹਨੀਆਂ ਪੈਂਦੀਆਂ। ਅੱਜ ਕੱਲ੍ਹ ਐਗਜ਼ਾਮੀਨਰ ਬਹੁਤ ਚਲਾਕ ਹੈ, ਉਹਨੇ ਬੱਚਿਆਂ ਦਾ ਦਿਮਾਗ ਪੜ੍ਹਿਆ ਹੁੰਦਾ ਕਿ ਬੱਚੇ ਕੀ ਕਰਦੇ, ਜਿੱਥੇ ਜਿਵੇਂ ਬੋਥ ਆਪਸ਼ਨ ਆ ਜਾਵੇ, ਬੋਥ A and B ਜਾਂ ਉਪਰੋਕਤ ਸਾਰੇ ਆ ਜਾਣ ਆਲ ਆਫ ਦਾ ਅਬਵ, ਤਾਂ ਬੱਚੇ ਕੀ ਕਰਦੇ ਜ਼ਿਆਦਾਤਰ ਆਲ ਆਫ ਦੀ ਅਬਵ ਲਾ ਕੇ ਆਉਂਦੇ ਆ। ਤਾਂ ਪਰ ਆਪਾਂ ਇਹ ਗਲਤੀ ਨਹੀਂ ਕਰਨੀ, ਆਪਾਂ ਸਾਰੀਆਂ ਪੜ੍ਹਨੀਆਂ ਨੇ। ਕਹਿੰਦਾ ਐਗਰੋ ਫੋਰੈਸਟਰੀ ਦੇ ਵਿੱਚ ਕੀ ਹੁੰਦਾ, ਕਹਿੰਦਾ ਆਮ ਤੌਰ 'ਤੇ ਪੌਦਿਆਂ ਦੀਆਂ 2 ਜਾਂ 2 ਤੋਂ ਵਧੇਰੇ ਪ੍ਰਜਾਤੀਆਂ ਸ਼ਾਮਲ ਹੁੰਦੀਆਂ, ਜਿਨ੍ਹਾਂ ਵਿੱਚੋਂ ਘੱਟੋ ਘੱਟ ਇੱਕ ਲੱਕੜ ਵਾਲੀ ਹੁੰਦੀ ਹੈ। ਤਾਂ ਐਗਰੋ ਫੋਰੈਸਟਰੀ ਸਿਸਟਮ ਦੇ ਵਿੱਚ ਹਮੇਸ਼ਾ ਕਹਿੰਦਾ 2 ਜਾਂ 2 ਤੋਂ ਵੱਧ ਫਸਲਾਂ ਦਾ ਉਤਪਾਦਨ ਹੁੰਦਾ ਹੈ। ਕਹਿੰਦਾ ਇਸ ਤਰ੍ਹਾਂ ਦੀ ਖੇਤੀਬਾੜੀ ਪ੍ਰਣਾਲੀ ਦਾ ਚੱਕਰ ਹਮੇਸ਼ਾ 1 ਸਾਲ ਤੋਂ ਵੱਧ ਹੁੰਦਾ। ਤੁਸੀਂ ਹੁਣ ਦੱਸਣਾ ਵੀ ਜੇ ਤਿੰਨੇ ਸਟੇਟਮੈਂਟਾਂ ਟਰੂ ਨੇ ਜਾਂ ਕੋਈ ਸਿੰਗਲ ਟਰੂ ਹੈ ਜਾਂ ਫਿਰ ਸਾਰੀਆਂ ਨੇ, ਤਾਂ ਉਸ ਦੇ ਅਕੋਰਡਿੰਗ ਤੁਸੀਂ ਆਪਣਾ ਆਨਸਰ ਜ਼ਰੂਰ ਕਰਨਾ। ਆਈ ਹੋਪ ਤੁਹਾਨੂੰ ਸਾਰਾ ਕੁਝ ਬਹੁਤ ਵਧੀਆ ਢੰਗ ਦੇ ਨਾਲ ਸਮਝ ਆ ਗਿਆ ਹੋਊਗਾ। ਜੇ ਫਿਰ ਵੀ ਨਹੀਂ ਆਇਆ ਤਾਂ ਤੁਸੀਂ ਵੀਡੀਓ ਨੂੰ ਰਿਪੀਟ ਕਰ ਸਕਦੇ ਹੋ, ਮੈਨੂੰ ਮੈਸੇਜ ਕਰ ਸਕਦੇ ਹੋ ਤੇ ਕਾਲ ਵੀ ਕਰ ਸਕਦੇ ਹੋ, ਲੇਕਿਨ ਕੋਸ਼ਿਸ਼ ਕਰਿਓ ਜੇ ਮੈਸੇਜ ਕਰ ਦੋਗੇ ਤਾਂ ਬਹੁਤ ਚੰਗਾ ਰਾਜੇ। ਤਾਂ ਆਪਾਂ ਹੁਣ ਨੈਕਸਟ ਕਰਾਂਗੇ, ਨੈਕਸਟ ਵੀਡੀਓ ਲੈ ਕੇ ਆਵਾਂਗੇ ਐਗਰੀਕਲਚਰ ਦੀ ਪਰਸੋਂ। ਤੇ ਧੰਨਵਾਦ। ਮਿਹਨਤਾਂ ਕਰੋ, ਮਿਹਨਤਾਂ ਨੂੰ ਫਲ ਲੱਗਣਗੇ। ਬਾਬਾ ਮਿਹਰ ਕਰੇ, ਸਰਬਤ ਦਾ ਭਲਾ। ਪੰਜਾਬੀ ਮਾਂ ਬੋਲੀ ਜਿੰਦਾਬਾਦ।